ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅਸਲ ਸਵੈਭੰ ਹੈ, ਵਾਵਾ ਸੀ ਪੈਰ 'ਚ ਹੁਣ ਹੈ ਨਹੀਂ। ਸਹਿ ਕੋਈ ਲਫ਼ਜ਼ ਨਹੀਂ ਹੈ। ਸਵੈ ਹੁੰਦਾ ਸਵਯੰ ਤੇ ਸਵੈ ਬਣਿਆ। ਸਵੈਭੰ ਦਾ ਆਪਣੇ ਆਪ ਨੂੰ ਜਿਹੜੀ ਦਾਲ ਬਣੀ ਹੈ, ਦਾਲ ਇਹਦੀ ਮਰਜ਼ੀ ਨਾਲ ਬਣੀ। ਜੀਵ ਆਪਣੇ ਆਪ, ਮਨ ਆਪਣੇ ਆਪ ਜਿਹੜਾ ਹੈਗਾ ਸਾਡਾ ਬਾਗੀ ਹੁੰਦਾ, ਆਪਣੇ ਆਪ ਭਾਣੇ ਚਾਹੁੰਦਾ। ਭਾਣੇ ਤੋਂ ਬਾਗੀ ਵੀ ਅਸੀਂ ਆਪਣੀ ਮਰਜ਼ੀ ਨਾਲ ਹੁੰਦੇ ਹਾਂ। ਪੈਰ ਕੁਹਾੜਾ ਵੀ ਆਪਣੇ ਹੱਥ ਮਰਜ਼ੀ ਨਾਲ ਮਾਰਦੇ ਹਾਂ। ਤੇ ਜੇ ਫਿਰ ਕੰਮ ਸੰਭਾਲਣਾ ਹੋਵੇ ਨਾ, ਫੇਰ ਇੱਕ ਹੋਣਾ ਹੋਵੇ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਸਵੈਭੰ ਲਫ਼ਜ਼ ਹੈ, ਸੈਭੰ ਨਹੀਂ। ਸਵਯੰ ਨੂੰ ਭੰਗ ਕਰ ਲੈਣਾ। ਨਾਨਕ ਤਿੰਨ ਮਨ ਭੰਗ, ਮਨ ਦਾ ਟੁੱਟ ਜਾਣਾ, ਦੋ ਹਿੱਸਿਆਂ 'ਚ ਹੋ ਜਾਣਾ, ਦਿਲ ਦਾ ਸਾਬਤ ਨਾ ਰਹਿਣਾ, ਸਵੈਭੰ ਲਫ਼ਜ਼ ਹੈ। ਗੁਰਪ੍ਰਸਾਦ, ਗੁਰਪ੍ਰਸਾਦ। ਗੁਰਪ੍ਰਸਾਦ ਵੱਖਰਾ ਸ਼ਬਦ ਹੈ। ਗੁਰਪ੍ਰਸਾਦ ਹੈ ਗਿਆਨ ਦਾ, ਗਿਆਨ ਦੀ ਕਿਰਪਾ, ਗਿਆਨ ਦੀ ਕਿਰਪਾ, ਗਿਆਨ ਦੀ ਰੋਸ਼ਨੀ ਹੈ। ਇੱਕ ਹੁਣ ਓੰਕਾਰ ਇੱਕ ਹੈ ਸੰਸਾਰ ਦੇ ਵਿੱਚ ਸਾਰੀਆਂ ਮਤਾਂ ਇੱਕ ਨੂੰ ਆਉਂਦੀਆਂ, ਆਤਮਾ ਇੱਕ ਹੈ। ਜੇ ਸਾਬਤ ਹੈ ਤਾਂ ਇੱਕ ਆਤਮਾ ਔਰ ਪਰਾਤਮਾ ਰਲ ਕੇ ਇੱਕ ਹੈ। ਆਤਮਾ ਅੱਧੀ ਹੈ। ਪੁਰਾਣੇ ਸਿੰਘਾਂ ਦੇ ਵਿੱਚ ਇਹ ਸੀਗਾ ਵੀ ਕਈਆਂ ਦਾ ਖਿਆਲ ਸੀ ਕਿ ਬ੍ਰਹਮ ਗਿਆਨੀ ਵੀ ਅੱਧਾ ਹੈ, ਲੇਕਿਨ ਗਲਤ ਹੈ। ਬ੍ਰਹਮ ਗਿਆਨੀ ਅੱਧਾ ਨਹੀਂ ਹੁੰਦਾ। ਜਿਹੜੇ ਸਿੰਘ ਪੁਰਾਤਨ ਸੀ ਉਹਨਾਂ ਦਾ ਇਹ ਖਿਆਲ ਸੀ, ਮੈਨੂੰ ਵੀ ਕਿਹਾ ਸੀ ਬ੍ਰਹਮ ਗਿਆਨੀ ਅੱਧਾ। ਮੈਂ ਕਿਹਾ ਮੈਨੂੰ ਸ਼ੱਕ ਹੈ। ਉਦੋਂ ਪਤਾ ਨਹੀਂ ਸੀ ਬ੍ਰਹਮ ਗਿਆਨੀ ਅੱਧਾ ਆ ਪੂਰਾ। ਬ੍ਰਹਮ ਗਿਆਨੀ ਅੱਧਾ ਨਹੀਂ। ਬ੍ਰਹਮ ਦਾ ਜਦੋਂ ਗਿਆਨ ਹੋ ਜਾਂਦਾ ਫਿਰ ਅੱਧਾ ਨਹੀਂ। ਬ੍ਰਹਮ ਗਿਆਨੀ ਦਾ ਆਪ ਪਰਮੇਸ਼ਰ। ਪਰਮੇਸ਼ਰ ਦੇਖੋ, ਇੱਕ ਹੁੰਦਾ ਈਸ਼ਰ, ਇੱਕ ਹੁੰਦਾ ਪਰਮੇਸ਼ਰ। ਪਰਮੇਸ਼ਰ ਇਹ ਪਾਰ ਬ੍ਰਹਮ, ਪੂਰਨ ਬ੍ਰਹਮ ਈਸ਼ਰ ਨਾ। ਹਾਂ, ਪੂਰਨ ਬ੍ਰਹਮ ਬਲਕਿ ਈਸ਼ਰ ਕਹਿ ਸਕਦੇ ਹਾਂ ਅਸੀਂ, ਜਿਹਨੂੰ ਈਸ਼ਵਰ ਕਹਿੰਦੇ ਨੇ। ਪੂਰਨ ਬ੍ਰਹਮ, ਪਰਮਾਤਮਾ ਵੀ ਉਸ ਨੂੰ ਕਹਿੰਦੇ ਨੇ। ਪਾਰ ਬ੍ਰਹਮ ਦਾ ਫਿਰ ਹੁਕਮ ਹੈ। ਜਦੋਂ ਅੰਦਰੋਂ ਉਹ ਬੋਲਦਾ ਹੈ, ਜਦੋਂ ਹੁਕਮ ਪ੍ਰਗਟ ਹੁੰਦਾ ਹੈ, ਫਿਰ ਪਾਰ ਬ੍ਰਹਮ। ਬ੍ਰਹਮ ਤੋਂ ਗਾਹਾਂ ਦੀ ਗੱਲ ਕਰਦਾ, ਯਾਨੀ ਬ੍ਰਹਮ ਕੀ ਹੈ, ਬ੍ਰਹਮ ਬਾਰੇ ਦੱਸਣਾ ਜਿਹੜਾ ਹੈ ਉਹ ਬ੍ਰਹਮ ਗਿਆਨੀ, ਜਿਹੜਾ ਬ੍ਰਹਮ ਬਾਰੇ ਗਿਆਨ ਰੱਖਦਾ ਹੈ। ਹੁਣ ਬ੍ਰਹਮ ਕੌਣ ਸੀ? ਬ੍ਰਹਮ ਜਿਹੜਾ ਆਤਮਾ ਜਨਮ ਲੈਂਦੀ ਹੈ ਇੱਥੇ ਆ ਕੇ, ਉਹ ਬ੍ਰਹਮ। ਜੋ ਸੱਚਖੰਡ 'ਚ ਉਹ ਬ੍ਰਹਮ ਨਹੀਂ ਹੁੰਦਾ, ਕਿਉਂਕਿ ਦੋ ਹਿੱਸਿਆਂ 'ਚ ਹੁੰਦੇ ਨਹੀਂ। ਜੋ ਕਰੈਕ ਹੋ ਗਏ ਦੋ ਹਿੱਸਿਆਂ 'ਚ ਹੋ ਗਏ, ਉਹਨਾਂ ਨੇ ਜਨਮ ਲਿਆ। ਜਿਹੜੇ ਕਰੈਕ ਹੀ ਨਹੀਂ ਹੋਏ, ਇੱਕ ਹੋ ਕੇ, ਇੱਕ ਜੋ ਸ਼ਬਦ ਪ੍ਰਗਟ ਹੋ ਕੇ ਉਹਨਾਂ ਵਰਗਾ ਹੋ ਜਾਂਦਾ, ਇਹ ਗੱਲ ਠੀਕ ਹੈ। ਪਰ ਜਿਹੜੇ ਕਰੈਕ ਹੋਏ ਨਹੀਂ, ਉਹਨਾਂ ਨੂੰ ਇਹਨਾਂ ਦੇ ਕਰੈਕ ਹੋਣ ਦਾ ਪਤਾ ਹੈ। ਉਹਨਾਂ ਦੀ ਬਾਣੀ ਹੈ ਇਹ, ਹੁਕਮ ਉਹਨਾਂ ਦਾ। ਜਿਹੜੇ ਕਰੈਕ ਹੋਏ ਹੀ ਨਹੀਂ, ਜਿਹੜੇ ਕਰੈਕ ਹੋ ਗਏ ਉਹਨਾਂ ਨੂੰ ਤਾਂ ਹੁਕਮ ਸੁਣਿਆ ਬਿਨ ਕੰਨੀ। ਜਦ ਇੱਕ ਹੋਏ ਉਹਨਾਂ ਨੂੰ ਤਾਂ ਸੁਣਿਆ ਬਿਨ ਕੰਨੀ। ਇਸ ਕਰਕੇ ਜਿਹੜੇ ਕਰੈਕ ਹੋਏ ਨਹੀਂ, ਸੱਚਖੰਡ 'ਚ ਬੈਠੇ ਹੀ ਰਹੇ, ਉਹਨਾਂ ਨੇ ਇਹਨਾਂ ਨੂੰ ਦੱਸਿਆ, ਇਹਨਾਂ ਦੀ ਹਿਸਟਰੀ, ਆ ਸਾਰੀ ਗੱਲ ਗੁਰਬਾਣੀ ਦੀ ਉਹਨਾਂ ਨੇ ਦੱਸੀ। ਇੱਕ ਕਰੈਕ ਹੋ ਕੇ ਇੱਕ ਹੋਇਆ, ਇੱਕ ਕਰੈਕ ਹੋਇਆ ਹੀ ਨਹੀਂ, ਦੋਹਾਂ 'ਚ ਫਰਕ ਹੈ। ਇੱਕ ਤਾਂ ਟੁੱਟਿਆ ਹੀ ਨਹੀਂ, ਇੱਕ ਟੁੱਟ ਕੇ ਜੁੜਿਆ। ਚਾਹੇ ਜੁੜਿਆ ਉਹ ਜਿਹਾ ਹੀ ਹੋ ਗਿਆ, ਪਰ ਜਿੰਨਾ ਚਿਰ ਟੁੱਟਿਆ ਉਹਨਾਂ ਚਿਰ ਖੱਜਲ ਖੁਆਰ ਤਾਂ ਹੋਇਆ।
ਖੱਜਲ ਖੁਆਰੀ ਕਾਹਦੀ ਹੈ? ਟੁੱਟਣ ਦੀ, ਕਰੈਕ ਹੋਣ ਦੀ। ਇਹ ਸੰਸਾਰ 'ਚ ਆਉਣ ਦਾ ਮਤਲਬ ਹੈ ਕਿ ਇੱਕ ਦੇ ਦੋ ਟੁਕੜੇ ਹੋਏ, ਦੋ ਟੁਕੜੇ ਹੁਣ ਕਿਵੇਂ ਜੋੜੀਏ, ਇਸ ਤਰੀਕੇ ਨਾਲ ਜੋੜੀਏ ਪਤਾ ਹੀ ਨਾ ਲੱਗੇ। ਕਦੇ ਟੁੱਟਿਆ ਵੀ ਸੀ, ਲੇਕਿਨ ਟੁੱਟਦਾ ਉਹਨਾਂ ਨੇ ਦੇਖਿਆ, ਸਾਨੂੰ ਗੱਲ ਵਿਸਰ ਗਈ। ਇੱਥੇ ਕਿਉਂ ਆਇਆ? ਜੋੜਨਾ ਹੈ, ਇੱਕ ਹੋਣਾ ਹੈ। ਇਹ ਯੁੱਗ ਮੈਂ ਇੱਕ ਇੱਕ ਹੋ ਆਇਆ, ਤਾਂ ਕਿਹਾ ਸੀ ਇੱਕ ਹੋਣ ਵਾਸਤੇ ਆਇਆ ਤੂੰ। ਪਰ ਕੀ ਹੋਇਆ? ਜਨਮ ਤੋਂ ਮੋਇਓ ਮੋਹਣੀ ਮਾਇਆ। ਸਾਰੀ ਜਿਹੜੀ ਕਹਾਣੀ ਦੱਸੀ ਹੈ ਇਹ ਰਾਮ ਹੈ। ਰਾਮ ਦਾ ਮਨ ਟੁੱਟਿਆ, ਰਾਮ ਦਾ ਹੀ ਮਨ ਲక్ష్మణ ਹੈ, ਰਾਮ ਦੀ ਬੁੱਧੀ ਸੀਤਾ। ਇਹ ਦੋਏ ਵਿਛੜ ਗਏ ਤੇ ਅੱਡ ਹੋ। ਸੀਤਾ ਲక్ష్మణ ਵਿਛੜ ਗਿਆ, ਰੋਇਆ ਰਾਮ, ਨਕਾਲਾ ਪਿਆ, ਨਕਾਲਿਆ ਗਿਆ, ਕੱਢ ਦਿੱਤਾ ਗਿਆ ਸੱਚਖੰਡ ਚੋਂ। ਵੀ ਜਾ ਇਹਨਾਂ ਨੂੰ ਦੋਹਾਂ ਨੂੰ ਮਨਾ ਕੇ ਨਾ, ਮਨ ਨੂੰ ਆਪਣੇ ਨੂੰ ਮਨਾ ਕੇ ਔਰ ਬੁੱਧੀ ਨੂੰ ਮਨਾ ਕੇ, ਕਿਉਂਕਿ ਸੱਚਖੰਡ ਦੇ ਨਾਲ ਮਨ ਬੁੱਧੀ ਦਾ ਟਕਰਾਓ ਹੋ ਗਿਆ। ਜਿਹੜੇ ਸਾਬਤ ਤੇ ਉਹਨਾਂ ਨਾਲ ਇਹ ਟਕਰਾਓ ਹੋ ਗਿਆ, ਮਤਭੇਦ ਹੋ ਗਿਆ, ਮਤਭੇਦ ਹੋ ਗਿਆ। ਆ ਜਿਹੜੀ ਗੁਰਮਤਿ ਹੈ ਸੱਚਖੰਡ ਦੀ ਮਤ, ਹੁਣ ਇਹਦੇ ਨਾਲ ਜੇ ਇਹਦੀ ਏਕਤਾ ਹੋਊਗੀ, ਮਨੁੱਖ ਕਿਉਂ ਨਹੀਂ ਏਕਤਾ ਕਰਦੇ? ਤੇ ਨਾ ਮਨੁੱਖਾਂ ਦਾ ਇਸ ਮਤ ਨਾਲ ਟਕਰਾਓ ਹੈ। ਜਿੰਨਾ ਚਿਰ ਮਨ ਜਿਉਂਦਾ ਰਹੂਗਾ, ਮਨ ਦਾ ਵਜੂਦ ਕਾਇਮ ਰਹੂਗਾ, ਇਹ ਮਤ ਨਾਲ ਟਕਰਾਓ ਰਹੂਗਾ। ਜਿੱਦਣੇ ਮਤ ਨਾਲ ਟਕਰਾਓ ਹਟ ਗਿਆ, ਸੱਚਖੰਡ ਚਲਾ ਜਾਊਗਾ। ਬਸ ਇਹਨੂੰ ਐਡਮਿਟ ਕਰ ਲੂਗਾ ਵੀ ਇਹ ਠੀਕ ਹੈ, ਮੈਂ ਗਲਤ ਹਾਂ। ਇਹ ਸੱਚਖੰਡ ਦੀ ਮਤ ਹੈ, ਵਿਚਾਰ ਉਹਨਾਂ ਦੀ ਸੋਚ ਹੈ ਸੱਚਖੰਡ ਦੀ। ਰਲ ਕੇ ਰਹਿਣਾ, ਇੱਕ ਸਮਝਣਾ, ਵੈਰ ਵਿਰੋਧ ਨਹੀਂ ਕਰਨਾ, ਆਪ ਨੂੰ ਨੀਵਾਂ ਸਮਝਣਾ, ਉੱਚਾ ਨਹੀਂ ਸਮਝਣਾ, ਹੰਕਾਰ ਨਹੀਂ ਕਰਨਾ, ਸੱਚ ਤੇ ਰਹਿਣਾ, ਝੂਠ ਨਹੀਂ ਬੋਲਣਾ, ਹੇਰਾਫੇਰੀ ਨਹੀਂ ਕਰਨੀ, ਮਨ 'ਚ ਕੋਈ ਕਪਟ ਨਹੀਂ ਰੱਖਣਾ। ਇਹ ਸੱਚਖੰਡ ਦੀ ਮਤ, ਉਹਨਾਂ ਦਾ ਸੁਭਾਅ ਹੈ। ਐਂ ਕਹਿ ਲਓ ਇਹੋ ਜਿਹਾ ਸੁਭਾਅ ਹੋ ਜਾਊਗਾ ਇਹਦਾ, ਸੱਚਖੰਡ ਫੇਰ ਚਲਾ ਜਾਊ ਆਪਣੇ ਘਰ। ਸੱਚਖੰਡ ਦੇ ਘਰ ਹੈ ਇਹਦਾ। ਨਿਰਾਕਾਰ ਜਿਹੜਾ ਹੈਗਾ ਜੀਵਾਤਮਾ, ਇਹਦਾ ਦੇਸ਼ ਅਸਲ 'ਚ ਕੀ ਹੈ? ਸੱਚਖੰਡ ਹੈ। ਸੱਚਖੰਡ ਵਸੇ ਨਿਰੰਕਾਰ। ਜਦੋਂ ਨਿਰਾਕਾਰ ਹੋ ਕੇ ਬਸੂਗਾ, ਸੱਚਖੰਡ ਬਸੂਗਾ। ਜੇ ਮਾਇਆਧਾਰੀ ਹੋ ਕੇ ਬਸੂਗਾ, ਇੱਥੇ ਮਾਇਆ 'ਚ ਬਸੂਗਾ, ਫਿਰ ਮਾਇਆਧਾਰੀ ਹੈ। ਹੁਣ ਇੱਕ ਦੀ ਵਿਆਖਿਆ ਕੀਤੀ ਹੈ, ਇੱਕ ਕੀ ਹੈ? ਸਾਬਤ ਹੈ ਜਿਹੜਾ, ਇੱਕ ਸਾਬਤ ਹੈ। ਜਦ ਇਹ ਸਾਬਤ ਹੋ ਜੂ, ਇਹ ਵੀ ਇੱਕੋ। ਇੱਕ ਦੀ, ਇੱਕ ਦੇ ਲੱਛਣ ਨੇ ਦੱਸੇ ਹੋਏ, ਇੱਕ ਦੇ ਗੁਣ ਦੱਸੇ ਹੋਏ ਨੇ। ਓਂਕਾਰ ਕੀ ਹੈ? ਇਹ ਗੁਪਤ ਪ੍ਰਗਟ ਹੋਣ ਦਾ ਹੀ ਹੈ। ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੇ ਪਾਓ। ਇੱਕ ਚੁੱਪ ਵੀ ਕਰਕੇ ਬਹਿ ਸਕਦਾ, ਬੋਲ ਵੀ ਸਕਦਾ। ਜਦ ਬੋਲੂ ਫਿਰ ਉਹ ਆਕਾਰ ਬਣ ਜਾਂਦਾ ਉਹਦਾ। ਜਿੰਨਾ ਚਿਰ ਗੁਪਤ ਹੈ, ਚੁੱਪ ਹੈ, ਉਹਨਾਂ ਚਿਰ ਪੂਰਨ ਜੋਤ ਹੈ, ਉਹਨਾਂ ਚਿਰ ਸੁੰਨ ਸਮਾਧ ਹੈ, ਉਹਨਾਂ ਚਿਰ ਸੁੰਨ ਸਮਾਧ ਹੈ। ਜੇ ਚੁੱਪ ਹੈ ਇੱਕ ਸਾਬਤ ਸੂਰਤ, ਫਿਰ ਸੁੰਨ ਸਮਾਧ ਹੈ। ਸੁੰਨ ਸਮਾਧ, ਸੁੰਨ ਸਮਾਧ ਨਹੀਂ, ਸੁੰਨ ਹੈ, ਸਹਿ ਸਮਾਧ ਹੈ। ਸੁੰਨ ਸਮਾਧ ਵੀ ਕਿਹਾ, ਇੱਥੇ ਸਹਿ ਸਮਾਧ ਹੋਊਗਾ। ਜੇ ਰਚਨਾ ਨਹੀਂ, ਫਿਰ ਸੁੰਨ ਸਮਾਧ ਹੈ। ਕਿਉਂਕਿ ਰਚਨਾ ਹੁੰਦੇ ਸੁੰਨ ਸਮਾਧ ਨਹੀਂ ਹੋ ਸਕਦਾ। ਸਹਿ ਸਮਾਧ ਨੂੰ ਚਿੰਤਾ ਹੁੰਦੀ ਹੈ, ਸੁੰਨ ਸਮਾਧ ਨੂੰ ਚਿੰਤਾ ਨਹੀਂ ਹੁੰਦੀ। ਸਹਿ ਸਮਾਜ ਚੁੱਪ ਹੈ, ਕੋਈ ਦੇਖ ਵੀ ਰਿਹਾ, ਕਰ ਵੀ ਰਿਹਾ, ਕੁਝ ਕੰਟਰੋਲ ਵੀ ਕਰ ਰਿਹਾ ਕਿਸੇ ਚੀਜ਼। ਸਹਿਜ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਉਹਦਾ ਦਿਮਾਗ ਕੰਮ ਕਰ ਰਿਹਾ, ਉਹਦੀ ਬੁੱਧ ਕੰਮ ਕਰ ਰਹੀ ਹੈ। ਸੁਣਨ ਦੇ ਵਿੱਚ ਕੋਈ ਕੰਮ ਹੈ ਨਹੀਂ, ਬੁੱਧ ਨਹੀਂ ਕੰਮ ਨਹੀਂ ਕਰ ਰਹੀ। ਇੰਨਾ ਹੀ ਫਰਕ ਹੈ ਸੁਣਨ ਔਰ ਸਹਿਜ ਦਾ, ਹੋਰ ਕੁਝ ਨਹੀਂ। ਇੱਕ ਥਾਂ ਦਾ ਸਾਡੇ ਕੋਲ ਕੋਈ ਕੰਮ ਹੈ, ਅਸੀਂ ਸੋਚ ਰਹੇ ਹਾਂ। ਇੱਕ ਤਾਂ ਕੰਮ ਹੈ ਨਹੀਂ, ਸੋਚ ਨਹੀਂ ਰਹੇ। ਜੇ ਸੋਚ ਨਹੀਂ ਰਹੇ ਤਾਂ ਸੁੰਨ ਸਮਾਧ ਹੈ, ਜੇ ਸੋਚ ਰਹੇ ਹਾਂ ਤਾਂ ਸਹਿਜ ਸਮਾਧ ਹੈ। ਸਹਿਜ ਨਾਲ ਵੀ ਸਮਾਧੀ ਆ ਜਾਂਦਾ ਲੱਗਦਾ। ਹਾਂ, ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ। ਜਿੰਨਾ ਚਿਰ ਰਚਨਾ ਸੁੰਨ ਸਮਾਧ ਨਹੀਂ ਹੋ ਸਕਦੀ, ਸਹਿਜ ਸਮਾਧ ਹੋਊਗੀ। ਸਹਿਜ ਸਮਾਧ 'ਚ ਚਿੰਤਾ, ਚਿੰਤਾ ਦੀ ਸਮਾਧੀ ਹੁੰਦੀ ਹੈ, ਸਹਿਜ ਸਮਾਧ।
ਆਸਾਂ ਚਿੰਤਾ ਵੀ ਹੈ, ਪਰ ਉਹ ਜਿਹੀ ਚਿੰਤਾ ਨਹੀਂ ਹੈ ਜਿਹੜੀ ਬਸ ਤੋਂ ਬਾਹਰ ਹੈ। ਦੋ ਪ੍ਰਕਾਰ ਦੀ ਚਿੰਤਾ, ਇੱਕ ਤਾਂ ਚਿੰਤਾ ਸਾਡੇ ਬਸ ਤੋਂ ਬਾਹਰ ਹੈ, ਇੱਕ ਚਿੰਤਾ ਸਾਡੇ ਕੋਲ ਰੋਟੀ ਪਈ ਹੈ ਕਿਸੇ ਦੀ, ਵੀ ਚੇਤਾ ਰੱਖਣ ਜਦ ਆਊ ਉਹਨੂੰ ਦੇ ਦੇਣੀ ਹੈ ਵੀ ਆਹ ਭਾਈ ਤੇਰੀ ਰੋਟੀ ਹੈ ਤੂੰ ਖਾ ਲੈ। ਜੇ ਭੁੱਲ ਗਏ ਆਪਾਂ, ਭੁੱਲਣ ਦੀ ਨਾ ਭੁੱਲਣ ਦੀ ਚਿੰਤਾ ਹੈ। ਉਹਨੇ ਸਾਰਿਆਂ ਨੂੰ ਰਿਜ਼ਕ ਬਚਾਉਣਾ ਜਿਹਨੇ ਪੈਦਾ ਕੀਤੇ ਨੇ। ਸੋ ਚੇਤਾ ਦਾ ਹੀ ਤਾਂ ਹੀ ਨਹੀਂ ਭੁੱਲਦਾ ਉਹ ਭੁੱਲ ਤਾਂ ਹੀ ਹੈ, ਉਹਨੂੰ ਨਾ ਭੁੱਲਣ ਦੀ ਚਿੰਤਾ ਵੀ ਮੈਂ ਭੁੱਲ ਨਾ ਜਾਵਾਂ। ਜਦ ਸਾਨੂੰ ਚਿੰਤਾ ਵਿਸਰ ਜਾਂਦੀ ਹੈ ਫਿਰ ਅਸੀਂ ਭੁੱਲ ਜਾਂਦੇ। ਚਿੰਤਾ ਸਾਨੂੰ ਭੁੱਲਣ ਤੋਂ ਬਚਾਉਂਦੀ ਹੈ। ਅਸੀਂ ਕਿਸੇ ਚੀਜ਼ ਨੂੰ ਭੁੱਲਣਾ ਨਹੀਂ, ਜੇ ਤਾਂ ਉਹਦੀ ਚਿੰਤਾ ਤਾਂ ਸਾਡੇ ਅੰਦਰ ਹੈ ਹਰ ਵਕਤ, ਕਿ ਭੁੱਲਣਾ ਨਹੀਂ ਕੰਮ ਕਰਨਾ। ਜਦੋਂ ਵਿਸਰ ਗਿਆ, ਚਿੰਤਾ ਹਟ ਗਈ, ਉਹ ਭੁੱਲ ਗਿਆ। ਆਦਮੀ ਜੇ ਉਗਣ ਭੁੱਲ ਜਾਣ, ਵਿਸਰ ਜਾਂਦਾ, ਹੋਰ ਪਾਸੇ ਲੱਗ ਜਾਂਦਾ, ਕੋਈ ਗੱਲ ਭੁੱਲ ਜਾਂਦੀ। ਕਰਤਾ ਆਪ ਉਹ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁੱਲਾ ਹੈ। ਅਸੀਂ ਭੁੱਲ, ਉਹ ਆਪਣੇ ਕੰਮ ਦੇ ਪ੍ਰਤੀ ਹਮੇਸ਼ਾ ਜਾਗਰੂਕ ਹੈ। ਜਾਗਰੂਕ ਹੋਣਾ ਹੀ ਚਿੰਤਾ। ਕੋਈ ਵੀ ਗੱਲ ਉਹਦੇ ਵਾਸਤੇ ਬਾਹਰ ਨਹੀਂ ਹੈ, ਫੇਰ ਵੀ ਉਹਨੂੰ ਚਿੰਤਾ। ਸਰਬ ਕੀ ਚਿੰਤਾ ਜਿਸ ਮਨ ਮਾ ਹੈ ਤਿਸ ਤੇ ਵਰਥਾ ਕੋਈ ਨਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਫਿਰ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਚਿੰਤਾ ਉਹਨੂੰ ਹੈ। ਜਿਹਨੇ ਜਾਨਵਰ ਪਾਲੇ ਨੇ ਜ਼ਿਆਦਾ ਉਹਨੂੰ ਚਿੰਤਾ ਹੈ। ਐਡਵਾਂਸ ਚਿੰਤਾ ਹੈ, ਐਡਵਾਂਸ ਉਹਨੇ ਰੱਖਣਾ ਜਮਾ ਕਰਕੇ ਉਹਨਾਂ ਵਾਸਤੇ ਚਿੰਤਾ ਹੈ। ਅਸੀਂ ਚਿੰਤਾ ਬੇਮਤਲਬ ਕਰਦੇ ਹਾਂ। ਕਾਹੀ ਵਾਲੀ ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਤੁਸੀਂ ਜੋ ਕਰਨਾ ਹੈ ਕੰਮ ਉਹ ਕਰੋ, ਜਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ ਨਾ ਉਹ ਕਰੋ। ਇੱਕ ਦੀਆਂ ਖੂਬੀਆਂ ਨੇ ਸਾਰੀਆਂ। ਇੱਕ ਕੀ ਹੈ? ਓੰਕਾਰ। ਇੱਕ ਸਾਰੇ ਮੰਨਦੇ ਨੇ ਇੱਕ ਹੈ, ਪਰ ਇੱਕ ਦੀ ਵਿਆਖਿਆ ਕੋਈ ਨਹੀਂ ਕਰਦਾ, ਇੱਕ ਬਾਰੇ ਦੱਸਦਾ ਕੋਈ ਨਹੀਂ। ਕੋਈ ਧਰਮ ਨਹੀਂ ਦੱਸ ਰਿਹਾ, ਕੋਈ ਮਤ ਨਹੀਂ ਦੱਸ ਰਹੀ। ਗੁਰਬਾਣੀ ਨੇ ਇੱਕ ਤੋਂ ਸਟਾਰਟ ਕੀਤੀ। ਇੱਕ ਦੱਸਣਾ ਇੱਕ ਕੀ ਹੈ, ਸਾਰੀ ਗੁਰਬਾਣੀ 'ਚ ਇੱਕ ਸਮਝਾਉਣਾ ਕੀ ਹੈ, ਹੋਰ ਇਹਦਾ ਵਿਸ਼ਾ ਹੀ ਕੋਈ ਨਹੀਂ ਗੁਰਬਾਣੀ ਦਾ। ਦੁਨੀਆ ਦਾ ਕੋਈ ਧਰਮ, ਕੋਈ ਗ੍ਰੰਥ ਐਸਾ ਨਹੀਂ ਹੈ ਜਿਹਦਾ ਵਿਸ਼ਾ ਕੇਵਲ ਇੱਕ ਹੋਵੇ। ਕੋਈ ਧਰਮ ਗ੍ਰੰਥ ਜਿਹਦਾ ਵਿਸ਼ਾ ਹੀ ਇੱਕ ਹੋਵੇ ਕਿ ਇੱਕ ਕੀ ਹੈ, ਜਿਹਨੂੰ ਇੱਕ ਕਹਿੰਦੇ ਤੁਸੀਂ, ਜਿਹਦੇ ਤੇ ਸਾਰੀਆਂ ਮਤਾਂ ਸਹਿਮਤ ਨੇ ਕਿ ਗੋਡ ਇੱਕ ਹੈ, ਅੱਲਾ ਇੱਕ ਹੈ, ਪਰਮੇਸ਼ਰ ਇੱਕ ਹੈ, ਭਗਵਾਨ ਇੱਕ ਹੈ, ਜੋ ਵੀ ਕੁਝ ਕਹਿੰਦੇ ਨੇ ਉਹ ਇੱਕ ਕੀ ਹੈ। ਇਹ ਵਿਸ਼ਾ ਸਿਰਫ ਗੁਰਬਾਣੀ ਦਾ, ਗੁਰਮਤਿ ਦਾ ਵਿਸ਼ਾ ਹੀ ਇਹ ਹੈ, ਔਰ ਵਿਸ਼ਾ ਹੀ ਕੋਈ ਨਹੀਂ। ਲੋਕ ਭਲਾਈ ਕੋਈ ਵਿਸ਼ਾ ਨਹੀਂ, ਸਮਾਜ ਸੁਧਾਰ ਕੋਈ ਵਿਸ਼ਾ ਨਹੀਂ। ਸਮਾਜ ਸੁਧਾਰ ਸਾਡੀ ਡਿਊਟੀ ਨਹੀਂ, ਉਹਦੀ ਡਿਊਟੀ ਹੈ। ਜਿਹਨੇ ਸਮਾਜ ਬਣਾਈ ਹੈ, ਕਿਧਰੋਂ ਲੈ ਕੇ ਜਾਂਦਾ, ਕਿਵੇਂ ਕਰਦਾ, ਇਹ ਸਭ ਉਹਦੀ ਡਿਊਟੀ ਹੈ। ਇਹ ਵਿਦਵਾਨਾਂ ਦੇ ਆਪਣੇ ਬੁਲਾਏ ਨੇ ਪਾਗਲਾਂ ਦੇ, ਜਿਹਨਾਂ ਨੂੰ ਵਿਸ਼ੇ ਦਾ ਨਹੀਂ ਪਤਾ ਵਿਸ਼ਾ ਕੀ ਹੈ ਗੁਰਬਾਣੀ ਦਾ। ਉਹ ਉਹਨਾਂ ਦੀ ਬੁੱਧੀ ਹੋਈ ਨਹੀਂ ਹੈ, ਨਹੀਂ ਉਹ ਹੋਰ ਚੀਜ਼ਾਂ 'ਚ ਲੱਭਦੇ ਨੇ। ਜਿੰਨੀ ਕੁ ਉਹਨਾਂ ਦੀ ਬੁੱਧੀ ਉਹੋ ਜਿਹੀ ਗੱਲ ਲੱਭ ਲੈਂਦੇ ਨੇ। ਉਹ ਵਿਸ਼ੇ ਸਾਰੇ ਹੀ ਨੇ, ਕਿਉਂਕਿ ਗੁਣ ਆਪਣ ਦੀ ਯਾਦ ਕਰਨੀ, ਵਿਸ਼ੇ ਸਾਰੇ ਆ ਜਾਣੇ ਨੇ। ਆਦਮੀ ਨਾਲ ਸਮਾਜ ਚੱਲਦੀ ਹੈ। ਆਦਮੀ ਬੁਰਾ ਤਾਂ ਬੁਰਾਈ ਬਣ ਜੂਗੀ, ਬੁਰੇ ਕੰਮ ਕਰੂਗਾ, ਭਲਾ ਤਾਂ ਭਲੇ ਕੰਮ ਕਰੂਗਾ, ਉਹਦੇ ਨਾਲ ਸਮਾਜ ਬਣਨੀ ਹੈ। ਬੁਰਾਈ ਔਰ ਭਲਾਈ ਨਾਲ ਸਮਾਜ ਬਣਨੀ ਹੈ, ਉਹ ਗੱਲ ਅਲੱਗ ਹੈ। ਕਿ ਗੁਰਬਾਣੀ ਕਹਿੰਦੀ ਹੈ ਆਦਮੀ ਨੂੰ ਤੇ ਚੰਗਾ ਬਣ, ਭਲਾ ਬਣ, ਉਹ ਆਪੇ ਹੀ ਸਮਾਜ ਸੁਧਾਰ ਹੋ ਜਾਣਾ। ਉਹ ਆਪੇ ਹੀ ਹੋ ਜਾਣਾ ਸਮਾਜ ਸੁਧਾਰ। ਸਮਾਜ ਸੁਧਾਰ ਵਿਸ਼ਾ ਨਹੀਂ ਹੈ ਗੁਰਬਾਣੀ। ਗੁਰਬਾਣੀ ਦਾ ਹਾਂ ਇਹ ਵਿਸ਼ਾ ਜ਼ਰੂਰ ਹੈ ਵੀ ਤੂੰ ਦੋ ਥਾਂ ਹੋ ਗਿਆ, ਹੁਣ ਤੂੰ ਇੱਕ ਹੋ ਕੇ ਘਰ ਕਿਵੇਂ ਜਾਏਗਾ, ਇਹ ਵਿਸ਼ਾ। ਇੱਕ ਹੋਏਗਾ ਕਿਵੇਂ ਹੁਣ ਤੂੰ, ਤਾਂ ਵੀ ਵਿਸ਼ਾ ਇੱਕੇ ਹੋ ਗਿਆ। ਹੁਣ ਉਹ ਇੱਕ ਹੈ, ਇੱਕ ਤੁਹਾਨੂੰ ਦਰਸ਼ਨ ਕਿਵੇਂ ਹੋਊਗਾ ਇੱਕ ਦਾ, ਇਹ ਵੀ ਵਿਸ਼ਾ। ਤੈਨੂੰ ਆਤਮ ਦਰਸ਼ਨ ਹੈ, ਤੂੰ ਦੋ ਥਾਂ ਹੋਇਆ ਹੋਇਆ। ਜਦ ਤੂੰ ਇੱਕ ਹੋਏਗਾ ਤੈਨੂੰ ਆਪਣਾ ਆਪੇ ਪਤਾ ਲੱਗ ਜਾਣਾ।
ਤੂੰ ਹੀ ਇੱਕ ਹੈ। ਬਾਹਰੋਂ ਕਿਤੋਂ ਦਰਸ਼ਨ ਨਹੀਂ ਹੋਣਾ, ਬਾਹਰੋਂ ਤਾਂ ਹੋਊਗਾ ਅੱਖਾਂ ਨਾ ਹੋਊਗਾ, ਤੈਨੂੰ ਆਪਣਾ ਹੀ ਦਰਸ਼ਨ ਹੋਣਾ, ਤੈਨੂੰ ਆਪਣੀ ਨੂੰ ਸਮਝ ਆਉਣੀ ਹੈ ਮੈਂ ਹੁਣ ਇੱਕ ਇਹੋ ਜਿਹਾ ਹੁੰਦਾ, ਹੋਰ ਇੱਕ ਦਾ ਦਰਸ਼ਨ ਕਿਤੋਂ ਨਹੀਂ ਹੋਣਾ। ਇਹ ਵੀ ਇਹਦੇ ਵਿੱਚ ਹੀ ਆ ਗਿਆ। ਇਹ ਗੱਲਾਂ ਉਹ ਇੱਕ ਦੀ ਵਿਆਖਿਆ ਦੇ ਵਿੱਚ ਹੀ ਆ ਗਈਆਂ। ਇੱਕ ਦਾ ਗਿਆਨ ਕਰਾ ਰਹੀ ਹੈ ਬਾਣੀ, ਇੱਕ ਦਾ ਗਿਆਨ ਕੀ ਹੈ, ਤਾਂ ਗੁਰਪ੍ਰਸਾਦ ਹੈ। ਗੁਰਪ੍ਰਸਾਦ ਦਾ ਮਤਲਬ ਇੱਕ ਦਾ ਗਿਆਨ ਕਰਾ ਰਹੀ ਹੈ। ਇੱਕ ਕੀ ਹੁੰਦਾ ਹੈ, ਪਹਿਲਾਂ ਇੱਕ ਦੀ ਵਿਆਖਿਆ ਜਦ ਕੀਤੀ, ਕਹਿੰਦੇ ਇੱਕ ਜਿਹੜਾ ਹੁੰਦਾ ਭਾਈ ਓਂਕਾਰ ਹੁੰਦਾ। ਓਂਕਾਰ ਕੀ ਹੁੰਦਾ? ਉਹ ਹੁੰਦੀ ਹੈ ਜੋਤ। ਜੇ ਉਹਨੇ ਆਪਣਾ ਆਕਾਰ ਬਣਾਉਣਾ ਹੋਵੇ ਨਾ ਦੇ, ਤਾਂ ਉਹਦੇ ਸ਼ਬਦ ਹੁੰਦੀ ਹੈ। ਦੇ ਸ਼ਬਦ ਕੀ ਹੁੰਦਾ? ਇੱਕ ਦਾ ਇੱਛਾ। ਇੱਛਾ ਇੱਕ ਜੋ ਲਹਿਰ ਉੱਡਦੀ ਹੈ, ਇੱਛਾ ਉੱਡਦੀ ਹੈ, ਉਹ ਉਹਦੀ ਦੇਹ ਹੈ। ਜੇ ਤਾਂ ਉੱਠੀ ਆ ਮਾਇਆ ਦੀ ਇੱਛਾ, ਸੱਚਖੰਡ ਤੋਂ, ਸੱਚ ਤੋਂ ਨੈਗੇਟਿਵ ਇੱਛਾ, ਸੱਚ ਤੋਂ ਨੈਗੇਟਿਵ ਇੱਛਾ ਉੱਠੀ ਹੈ, ਫਿਰ ਤਾਂ ਦੋ ਹੋ ਗਿਆ, ਕਰੈਕ ਹੋ ਗਿਆ। ਬੜਾ ਬਣਨ ਦੀ ਇੱਛਾ, ਫਿਰ ਤਾਂ ਕਰੈਕ ਹੋ ਗਿਆ ਹੈ। ਦੇਹ ਅੱਡ ਹੋ ਗਈ, ਆਪ ਅੱਡ ਹੋ ਗਈ, ਚਿੱਤ ਅੱਡ ਹੋ ਗਿਆ, ਮਨ ਅੱਡ ਹੋ ਗਿਆ। ਮਨ ਇਹਦੀ ਝੂਠੀ ਦੇਹੀ ਹੈ। ਬਿਨ ਸਜਾਏ ਖਿਨਵੇਂ ਝੂਠੀ ਦੇਹੀ, ਇਹ ਝੂਠੀ ਦੇਹੀ ਹੈ। ਜਿਹੜਾ ਮਨ ਝੂਠਾ ਨਾ, ਮਨ ਇਹਦੀ ਦੇਹੀ ਹੈ ਅਸਲ ਦੇ ਵਿੱਚ। ਇਹ ਦੇਹੀ ਝੂਠੀ ਬਿਨਸਣੀ ਹੈ। ਫਿਰ ਸੱਚੀ ਕਿਵੇਂ ਪੈਦਾ ਹੋਣੀ ਹੈ? ਸੱਚੀ ਜਿਹੜੇ ਇੱਕ ਹੋਏ ਉਗਵੇ, ਜੋ ਸ਼ਬਦ ਪ੍ਰਗਟ ਹੋਣ, ਉਹ ਸੱਚੀ ਦੇਹੀ ਹੈ। ਉਹ ਸਾਰੇ ਸੱਚਿਆਂ ਦੀ ਦੇਹੀ ਹੈ, ਸੱਚਿਆਰਿਆਂ ਦੀ ਇੱਕੋ ਦੇਹੀ ਹੈ। ਸੱਚਖੰਡ ਦਾ ਜੋ ਸ਼ਬਦ ਹੈ, ਹੁਕਮ ਹੈ, ਉਹ ਦੇਹੀ ਹੈ। ਉਹਦੇ ਚ ਲੀਨ ਹੋਣ, ਉਹੀ ਆਕਾਰ ਹੈ, ਉਹੀ ਆਕਾਰ। ਆਕਾਰ ਉਹੀ ਹੈ, ਦੇਹੀ ਹੈ, ਆਕਾਰ ਹੈ। ਓਮ ਜੋਤ ਹੈ। ਕਿਵੇਂ ਪਤਾ ਲੱਗਿਆ ਸਾਨੂੰ ਓਮ ਜੋਤ ਹੈ? ਕਿਉਂਕਿ ਓਮ ਨੂੰ ਗੁਰਮੁਖੀ ਕਿਹਾ। ਓਮ ਗੁਰਮੁਖੀ ਕਿਉ ਆਕਾਰਾ, ਆਕਾਰਾ ਕੀਤਾ। ਕੀ ਆਕਾਰਾ ਕੀਤਾ? ਆਪੇ ਸ਼ਬਦ ਸਵਾਰਨ ਹਾਰ ਰੂਪ ਜਗਾਰਾ ਕੀਤਾ। ਔਰ ਸ਼ਬਦ ਰੂਪ ਕੀ ਹੈ? ਵਿਗਾੜਨ ਹਾਰਾ ਨਹੀਂ, ਸਵਾਰਨ ਹਾਰਾ। ਸਾਡਾ ਜਿਹੜਾ ਸ਼ਬਦ ਹੈ ਮਨ, ਇਹ ਵਿਗਾੜਨ ਹਾਰਾ ਹੈ। ਇਹਨੇ ਵਿਕਾਰ ਪੈਦਾ ਕਰ ਲਏ ਆਪਣੇ ਅੰਦਰ, ਆਪਣਾ ਆਪਾ ਹੀ ਵਿਗਾੜ ਲਿਆ। ਪੈਰ ਕੁਹਾੜਾ ਮਾਰਿਆ। ਕੀ ਕੁਹਾੜਾ ਮਾਰਿਆ? ਕੀ ਮਾਰਿਆ? ਕਬੀਰ ਕੀ ਕਹਿੰਦਾ? ਉਪਜਾ ਪੂਤ ਕਮਾਲ। ਕਮਾਲ ਦਾ ਪੁੱਤ ਪੈਦਾ ਹੋਇਆ ਮਨ। ਹਰ ਕਾ ਸਿਮਰਨ ਛੱਡ ਕੇ ਕਰ ਲਾਇਆ ਮਾਲ। ਮਾਇਆ ਦੀ ਇੱਛਾ ਲੈ ਆਇਆ ਕਰ। ਹਰ ਦਾ ਸਿਮਰਨ ਛੱਡਤਾ, ਸਿਮਰਨ ਛੱਡਤਾ, ਲੈ ਆਇਆ ਮਾਇਆ। ਔਗਣ ਲੈ ਆਇਆ, ਗੁਣ ਤਿਆਗ ਦੇ ਔਗਣ ਲੈ ਆਇਆ। ਵਕਾਰ ਲੈ ਆਇਆ ਕਰ। ਇਹ ਕੁਹਾੜਾ ਮਾਰ ਲਿਆ। ਮਨ ਅੱਡ ਹੋ ਗਿਆ, ਚਿੱਤ ਅੱਡ ਹੋ ਗਿਆ, ਦਾਲ ਹੋ ਗਿਆ। ਉਹਨੂੰ ਔਗਣ ਪਸੰਦ ਨਹੀਂ, ਇਹਨੂੰ ਗੁਣ ਪਸੰਦ ਨਹੀਂ। ਗੁਣ ਤਾਂ ਪਸੰਦ ਨੇ ਇਹਨੂੰ, ਪਰ ਔਗਣ ਛੱਡ ਕੇ ਨਹੀਂ। ਔਗਣ ਵੀ ਨਾਲੇ ਰਹਿਣ। ਗੁਣ ਤਾਂ ਪਸੰਦ ਨੇ, ਪਰ ਔਗਣ ਵੀ, ਔਗਣਾਂ ਦੇ ਹੁੰਦੇ ਹੋਏ ਗੁਣ ਮਿਲ ਜਾਣ, ਉਹ ਮਿਲਦੇ ਨਹੀਂ। ਨਿਰਮੋਹੀ ਹੋਣਾ ਗੁਣ ਹੈ। ਮੋਹ ਛੱਡੇ ਤਾਂ ਨਿਰਮੋਹੀ ਹੋਵੇ। ਉਹ ਤਾਂ ਨਹੀਂ ਛੱਡਣਾ, ਨਿਰਮੋਹੀ ਹੋ ਜਾਵਾਂ। ਇਹ ਕਿਵੇਂ ਹੋ ਜਾਏਗਾ? ਸਚਿਆਰਾ ਚੰਗਾ, ਸੱਚ ਨੂੰ ਪ੍ਰੇਮ ਕਰਦਾ, ਪਰ ਝੂਠ ਦੇ ਬਿਨਾਂ ਛੱਡੇ ਤੇ ਸਚਿਆਰਾ ਹੋ ਜਾ। ਕਿਵੇਂ ਹੋ ਜਾਏਗਾ? ਔਗਣਾਂ ਨੂੰ ਬਿਨਾਂ ਛੱਡੇ ਤੇ ਦੋ ਹੀ ਹੱਥੀ ਲੱਡੂ ਚਾਹੁੰਦਾ ਵੀ ਔਗਣ ਵੀ ਰਹਿਣ ਕੋਲੇ, ਗੁਣ ਵੀ ਆ ਜਾਣ। ਇਹ ਨਹੀਂ ਆਉਣਾ। ਇਹੋ ਜਿਹੀ ਗੱਲ ਹੈ। ਗੁਰਬਾਣੀ ਚੋਂ ਹੀ ਪਤਾ ਲੱਗੂਗਾ ਇਹ ਸਾਰੇ ਅਰਥ। ਮੂਲ ਮੰਤਰ ਨੂੰ ਇਹ ਵਿਆਖਿਆ ਕੀਤੀ ਹੈ ਗੁਰਬਾਣੀ ਚੋਂ। ਸਾਰੇ ਗੁਰਬਾਣੀ ਨੂੰ ਜੇ ਚੰਗੀ ਤਰ੍ਹਾਂ ਸਮਝ ਲਈਏ ਤਾਂ ਇਹ ਇਹਨਾਂ ਲਫ਼ਜ਼ਾਂ ਦੇ ਅਰਥ ਪਤਾ ਲੱਗੂਗਾ। ਐਵੇਂ ਨਹੀਂ ਪਤਾ ਲੱਗੂਗਾ। ਐਵੇਂ ਤਾਂ ਸ਼ਬਦ ਦੇ ਅਰਥ ਕੀਤੇ ਨੇ ਟੀਕਾਕਾਰਾਂ ਨੇ, ਪਤਾ ਹੀ ਨਹੀਂ ਉਹਨਾਂ ਨੂੰ ਲੱਗਿਆ। ਓਂਕਾਰ ਦੇ ਅਰਥ ਨਹੀਂ ਕਿਸੇ ਨੇ ਡਿਫਾਈਨ ਕੀਤੇ। ਇਹ ਕੱਢ ਹੈ, ਓਂਕਾਰ ਅੱਡ ਹੈ। ਕਿਉਂ? ਓਂਕਾਰ ਬ੍ਰਹਮਾ ਉਤਪਤ।
देखो ओंकार का लफ्ज है। ओंकार ने ब्रह्मा पैदा किया, ब्रह्मा कल पैदा किया, हुक्म ने पैदा किया ना। ओं और आकार, जे आप समझ लिए लोहा, एक लोहे की तलवार है, लोहे जो तलवार बनाई है ना, फिर अड छेप दी है उन्होंने। जी शेप दी है अड, उ आकार है, वो शब्द। जिवें पानी जो लहर पैदा हुई है, लहर की है, पानी हुई है, हुक्म लहर है उसकी। मन भी लहर है, ये मन लहरी कढ़ थी है। जे लहर को रोक दी जद समा जाती है, ਜਾਂ लहर को रोकना जद ही डाउन हो जाना ने। जिन्ना चर चलती है उन्ना चर लहर है। मन जिन्ना चर उड़ता है ना, चलता है, उन्ना चर इसका वजूद है। जब टिकया खत्म। सुते पिया का मन नहीं होंदा, बेहोश होने मन नहीं होंदा। जे मन को रोक दिए खत्म। जद चलायमान है जिन्ना चर लहर, जिन्ना उन्ना चर लहर का वजूद है, जिन्ना चर लहर चलती है। लहर रुकी और लहर खत्म। ओंकार है पहला गुण है। इन्हू पछाणना एक नूं आपां ने हुण ये बुझारत है। एक की है, एक बुझारत है दुनिया दे विच। सारियां मत्तां एक दी गल करदियां ने, दस नहीं एक की है। ये एक ही बुझारत है सारी गुरबाणी दी। कहा बुझारत बुझे तोरा, बस हुआ बुझण वाला। बुझारत वड्डी है, बड़े बड़ियां ते नहीं बुझ होई। गुरा एक दे बुझाई, बुझारत है। गुरा एक दे बुझाई, केड़ा एक सबना जियां का एक दाता, सो मैं बिसर न जाई। जिन्होंने सारे जियां का एक दाता कहते, वो एक की है। बुझारत है। बुझारत बारे अता पता दसिया इन्हां 8 गुणां दे विच। 8 ने 9वां थल्ले जिहड़ा गुरप्रसाद है, वो तो ਇਹਦੇ ਨਾਲ पता लगूगा। जरिए गुरप्रसाद के थ्रू ज्ञान का प्रसाद मिलूगा। ज्ञान की कृपा होगी, रोशनी अंदर वधूगी। रोशनी कद वधूगी? जद एक हो जू आप। रोशनी दो थां होई हुई है। जद यदि रोशनी वधूगी, एक आप हो जूगा, इनू अपना ही ज्ञान हो जूगा, आत्म ज्ञान हो जूगा। रोशनी कदे बाहरों नहीं आनी। ਇਹਦੀ रोशनी दो थां हुई हुई है। भरम पैदा हो गया, भरम दूर हो जाऊगा, चानण पूरा हो जाऊगा, बुद्ध पूर्ण हो जाऊगी। बुद्ध पूरी नहीं है उन्होंने दी। जन नानक पूर्ण बुद्ध, तो बुद्ध पूर्ण हो जाऊगी, पूरी बुद्ध हो जाऊगी। पूर्ण जोत जगह घट मैं, दसो पातशाह कहते पूर्ण जोत जगह घट मैं। जब जोत पूरी जगू हिरदे दे विच, खालसा ताही ने खालस जाना। फिर समझो खालसा यह शुद्ध हो गया। फिर खालसा है पूर्ण जोत जगह घट मैं। बाणा पा के नहीं खालसा है। बाणा कला पा के जो खालसा नहीं है। बाणा तो है उसकी वर्दी है। तो गुरबाणी दी समझ नाल खालसा। ओंकार है, उनमें जोत भी है और जोत का आकार भी है। कली जोत का आकार नहीं होता। जोत में जो सोच है वो आकार है। जे जोत में सोच नहीं है, वह आकार नहीं, फिर निराकार है। बगैर सोच ते जोत निराकार है। जिमें टिकया होया पानी निराकार है। लहर पैदा हो गई, बिच आकार हो गया। जदों सृष्टि नहीं हुंदी, उदों सुन्न समाध लगा जांदा लिखे। जोत हुंदी है,
ਅਰਬਦ ਨਰਬਦ ਧੰਦੂ ਕਾਰਾ। ਉਦੋਂ ਨਾ ਧਰਨਾ ਹੈ, ਨਾ ਗਗਨ ਹੈ, ਨਾ ਹੁਕਮ ਹੈ। ਹੁਕਮ ਨਹੀਂ ਹੈ ਉਦੋਂ। ਦੇਖੋ ਉਦੋਂ ਹੁਕਮ ਹੈ ਨਹੀਂ, ਨਾ ਹੁਕਮ ਅਪਾਰਾ, ਆਕਾਰ ਹੈ ਨਹੀਂ, ਹੁਕਮ ਆਕਾਰ ਹੈ। ਹਾਕਮ ਜਿਹੜਾ ਹੈਗਾ ਜੋਤ ਹੈ, ਹੁਕਮ ਉਹਦਾ ਜਿਹੜਾ ਉਹਦੀ ਮਰਜ਼ੀ ਹੈ। ਹੁਕਮ ਉਹਦੀ ਮਰਜ਼ੀ ਹੈ, ਉਹਦੇ 'ਚ ਮਰਜ਼ੀ ਪੈਦਾ ਹੋਈ, ਪ੍ਰਗਟ ਕੀਤੀ ਉਹਨੇ ਆਪਣੀ ਮਰਜ਼ੀ ਆ, ਮਰਜ਼ੀ ਉਹਨੇ ਗੁਪਤ ਰੱਖੀ ਬਸ। ਮਰਜ਼ੀ ਬੋਲ ਕੇ ਪ੍ਰਗਟ ਹੁੰਦੀ ਹੈ, ਬੋਲ ਕੇ ਪ੍ਰਗਟ ਹੁੰਦੀ ਹੈ। ਇਸ ਕਰਕੇ ਹੁਕਮ ਨੂੰ ਬੋਲੇ ਕਿਹਾ ਹੈ। ਹੁਕਮ ਹੈ, ਇੱਛਾ ਹੈ ਉਹਦੀ। ਇਹ ਬੋਲ ਹਵਾ ਨਹੀਂ ਇਹਦੇ ਵਿੱਚ ਹੁੰਦੀ। ਬੋਲ ਸਾਡਾ ਮੂੰਹ ਕਾ ਕਹਿ ਬਹੁ ਹੈ, ਇਹ ਜਾਂ ਨਹੀਂ। ਮਨ ਦੇ ਵਿੱਚ ਜਿਹੜੀ ਇੱਛਾ ਹੈ ਉਹੀ ਉਹ ਬੋਲਦਾ। ਕਿਹਾ ਚੁੱਪ ਹੈ, ਚੁੱਪ ਨਾ ਹੋ ਬਈ। ਜੇ ਮਨ ਚੁੱਪ ਕਰ ਗਿਆ ਨਾ, ਮੂੰਹ ਨਾਲ ਬੋਲਦਾ ਨਹੀਂ, ਤਾਂ ਬੰਦਾ ਚੁੱਪ ਨਹੀਂ ਕੀਤਾ। ਇੱਛਾ ਹੈ ਜਿਹੜੀ ਇਹਦੇ ਇੱਛਾ ਹੈ ਉਹੀ ਇਹਦਾ ਬੋਲ ਹੈ। ਜੋ ਅੰਦਰ ਸਾਡੇ ਇੱਛਾ ਪੈਦਾ ਹੋ ਰਹੀ ਉਹੀ ਬੋਲਦਾ, ਉਹ ਬੋਲ ਹੈ। ਪਰਮੇਸ਼ਰ ਦਾ ਮਨ ਜੋ ਕੁਝ ਬੋਲਦਾ ਉਹਦੀ ਇੱਛਾ। ਸਾਬਤ ਦਾ ਮਨ ਬੋਲਦਾ ਇੱਛਾ ਹੈ। ਮਨ ਵੱਖਰਾ ਹੋ ਕੇ ਬੋਲਦਾ ਹੈ, ਗੱਲ ਹੋਰ ਹੈ। ਮਨ ਸਾਬਤ ਦਾ ਬੋਲਦਾ, ਗੱਲ ਹੋਰ ਹੈ। ਸਾਬਤ ਦਾ ਮਨ ਬੋਲਦਾ ਹੈ, ਗੱਲ ਹੋਰ ਹੈ। ਮਨ ਵੱਖਰਾ ਹੋ ਕੇ ਬੋਲਦਾ ਹੋਰ ਹੈ। ਜਦ ਉਲਟਾ ਬੋਲ ਲਿਆ ਨਾ, ਫਿਰ ਪ੍ਰੀਤ ਟੁੱਟ ਜਾਂਦੀ ਹੈ। ਜੇ ਦੋਹਾਂ ਦਾ ਪ੍ਰੇਮ ਹੋਵੇ ਤਾਂ ਭਾਸ਼ਾ ਹੋਰ ਹੁੰਦੀ ਹੈ। ਜੇ ਪ੍ਰੇਮ ਟੁੱਟ ਜਾਏ ਤਾਂ ਭਾਸ਼ਾ ਬਦਲ ਜਾਂਦੀ। ਹੁਣ ਮਨ ਦੀ ਭਾਸ਼ਾ ਬਦਲੀ ਹੋਈ ਹੈ। ਚਿੱਤ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ ਹੈ, ਸੱਚ ਦੇ ਅਨੁਸਾਰ ਦੀ ਭਾਸ਼ਾ ਨਹੀਂ ਬੋਲਦਾ। ਕਿਉਂਕਿ ਟੂਟ ਪ੍ਰੀਤ ਗਈ ਬੁਰ ਬੋਲ, ਇਹਦੀ ਭਾਸ਼ਾ ਬੁਰੀ ਹੈ। ਬੁੱਧੀ ਦੀ ਭਾਸ਼ਾ ਬੁਰੀ ਹੈ, ਕਬੁੱਧ ਜੋ ਹੋ ਗਈ ਨਾ, ਇਸ ਕਰਕੇ ਇਹਦੀ ਪ੍ਰੀਤ ਟੁੱਟ ਗਈ ਸੱਚ ਨਾਲੋਂ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਇਸ ਕਰਕੇ ਘਰੋਂ ਕੱਢਦੀ। ਘਰੋਂ ਕਿਉਂ ਕੱਢੀ? ਆਤਮਾ ਹੈ ਬੁਰ ਬੋਲ ਬੋਲਦੀ ਸੀ, ਭਾਸ਼ਾ ਠੀਕ ਨਹੀਂ ਸੀ, ਇੱਛਾ ਠੀਕ ਨਹੀਂ ਸੀ, ਵੱਖਰਾ ਹੀ ਰਾਹ ਕੱਢਦੀ ਸੀ। ਜਿੰਨੀ ਆਤਮਾਵਾਂ ਇੱਦਾਂ ਦਾ ਕਰਦੀਆਂ ਹੁੰਦੀਆਂ, ਸਾਰਿਆਂ ਨੂੰ ਇੱਧਰ ਕੱਢਦਾ ਵੀ ਇੱਥੇ ਰਹੋ ਤੁਸੀਂ ਅੱਡ। ਤੁਹਾਡਾ ਸੁਭਾਅ ਵਿੱਚ ਹੀ ਰਲਦਾ। ਤੁਹਾਨੂੰ ਇੰਨਾ ਏਰੀਆ ਦੇ ਦਿੱਤਾ, ਇੱਥੇ ਤੁਸੀਂ ਸਾਰਾ ਕੁਝ ਇੰਤਜ਼ਾਮ ਕਰ ਲੈਣਾ ਤੁਹਾਡੇ ਵਾਸਤੇ। ਤੁਸੀਂ ਫੈਸਲਾ ਕਰੋ ਤੁਹਾਡੇ 'ਚੋਂ ਬੜਾ ਕੌਣ ਹੈ। ਜੇ ਬੜਾ ਬਣਨਾ ਇੱਥੇ ਬੜਾ ਬਣੋ, ਕੋਈ ਛੋਟਾ ਬਣੋ, ਤੁਸੀਂ ਦੇਖ ਲਓ। ਇੱਥੇ ਕੰਪੀਟੀਸ਼ਨ ਹੈ। ਇੱਥੇ ਵੀ ਸਾਡੇ ਘਰ ਕੰਪੀਟੀਸ਼ਨ ਨਹੀਂ, ਇੱਥੇ ਤਾਂ ਅਸੀਂ ਤਾਂ ਸਾਰੇ ਛੋਟੇ ਹੀ ਚੰਗੇ ਹਾਂ। ਜਿਹਨੇ ਬੜਾ ਬਣਨਾ ਇੱਥੇ ਹੋ ਜਾਓ। ਇੱਥੇ ਹੁਣ ਬੜਾ ਬਣਨ ਦੀ ਲੜਾਈ ਹੈ ਸਾਰਿਆਂ ਨੂੰ, ਮਾਰਾ ਮਾਰੀ ਤਾਂ ਹੀ ਹੈ। ਉੱਥੇ ਕੋਈ ਲੜਾਈ ਨਹੀਂ, ਕੋਈ ਬੜਾ ਬਣਨ ਦੀ ਇੱਛਾ ਹੀ ਨਹੀਂ ਕਿਸੇ। ਜੇ ਬੜੇ ਬਣਨ ਦੀ ਇੱਛਾ ਮੁੱਕ ਜਾਂਦੀ ਹੈ ਨਾ, ਫਿਰ ਸੱਚਖੰਡ ਦਾ ਦਰਵਾਜ਼ਾ ਖੁੱਲ੍ਹ ਜਾਂਦਾ। ਤਾਂ ਇਹ ਕਿਹਾ ਦੁਨੀਆ ਅੱਗੀਆਂ ਵਡਿਆਈਆਂ ਅੱਗੀ ਸੇਤੀ ਜਾਲ। ਇਹ ਵਡਿਆਈਆਂ ਦੁਨੀਆ 'ਚ ਨੇ, ਸੱਚਖੰਡ 'ਚ ਵਡਿਆਈ ਨਹੀਂ ਹੈ। ਵਡਿਆਈ ਦੀ ਇੱਛਾ ਹੀ ਨਹੀਂ ਉੱਥੇ ਕਿਸੇ ਨੂੰ। ਇਹ ਦੁਨੀਆ ਵਿੱਚ ਵਡਿਆਈ ਦੀ ਇੱਛਾ, ਉੱਥੇ ਤਾਂ ਵਡਿਆਈ ਦੀ ਇੱਛਾ ਹੀ ਨਹੀਂ ਕਿਸੇ ਨੂੰ। ਵਡਿਆਈਆਂ ਹੁੰਦੀਆਂ ਹੀ ਦੁਨੀਆ 'ਚ ਨੇ। ਅੱਗੀ ਸੇਤੀ ਜਾਲ, ਹਾਂ ਇਹਨੇ ਜਲੀ ਜਗ ਜਾਲਿਆ। ਜਲ ਜਿਹੜਾ ਸੰਸਾਰ ਚੱਲਦਾ ਨਾ, ਅਗਨ ਸਾਗਰ ਬਣਿਆ ਹੋਇਆ। ਇਹ ਅਗਨ ਸਾਗਰ ਵਡਿਆਈਆਂ ਨੇ ਬਣਾਇਆ ਹੋਇਆ। ਇਹ ਬੜੇ ਬੜੇ ਜਿਹੜੇ ਗੋਲੇ ਬਣਾਏ ਨੇ ਨਾ, ਅੱਗ ਦੇ ਬੰਬ, ਇਹ ਬੜੇ ਬਣਨ ਵਾਸਤੇ ਬਣਾਏ ਨੇ। ਜਿਹੜੀ ਅੱਗ ਪੈਦਾ ਕੀਤੀ ਹੈ, ਇਹ ਬੜੇ ਬਣਨ ਦੀ ਇੱਛਾ ਨਹੀਂ ਪੈਦਾ ਕੀਤੀ। ਦਿੱਤਾ ਨਾਮ ਬਸਾਰ, ਨਾਮ ਸਭ ਨੂੰ ਵਿਸਰਿਆ ਹੈ। ਮੈਂ ਇੱਥੇ ਤਾਂ ਓਂਕਾਰ ਹੈ। ਦੋ ਰੂਪ ਨੇ ਉਹਦੇ। ਹੁਕਮ ਵੀ ਉਹ ਹੈ, ਹਾਕਮ ਵੀ ਉਹੀ। ਓਮ ਹਾਕਮ ਹੈ, ਆਕਾਰ ਉਹਦਾ ਹੁਕਮ।
ਓਂਕਾਰ ਦੋ ਸ਼ਬਦਾਂ ਤੋਂ ਬਣਿਆ। ਓਂ ਜਮਾ ਆਕਾਰ, ਓਂ ਗੁਰਮੁਖੀ ਕੀਓ ਆਕਾਰਾ, ਆਕਾਰਾ ਓਂ ਗੁਰਮੁਖੀ ਕੀਓ ਆਕਾਰਾ। ਓਂ ਗੁਰਮੁਖ ਹੈ, ਗੁਰਮੁਖ ਨਹੀਂ ਬੋਲਦਾ, ਉਹ ਬੁਲਾਇਆ ਬੋਲੇ ਖਸਮ ਕਾ। ਜਦ ਬੁਲਾਇਆ ਬੋਲੇ ਖਸਮ ਕਾ ਫਿਰ ਉਹ ਤਾਂ ਬੋਲਦਾ ਹੀ ਨਹੀਂ। ਹਾਂ ਆਪੋ ਬੋਲਣਾ ਜਾਣਦਾ। ਫਿਰ ਉਹ ਓਂ ਹੈ, ਜੋਤ ਸਰੂਪ ਹੈ, ਪੂਰਨ ਜੋਤ ਹੈ, ਬੋਲਦਾ ਨਹੀਂ ਹੈ। ਤਾਂ ਖਜ਼ਾਨੇ 'ਚ ਪੈਂਦਾ ਖਰਾ। ਜਿਵੇਂ ਬੁਲਾਉਂਦੇ ਨੇ ਉਵੇਂ ਬੋਲਦਾ। ਮਨ ਬੋਲਦਾ ਆਪਣੀ ਮਰਜ਼ੀ ਨਾਲ, ਇਹ ਬੋਲਦਾ ਗੁਰ ਕੇ ਭਾਣੇ ਨਾਲ। ਬੱਸੇ ਫਰਕ ਬੋਲਦਾ ਹੈ ਪਰ ਬੁਲਾਏ ਤੋਂ। ਜਿਹੜਾ ਬਲਾਬਲ ਰਾਗ ਬੋਲਦਾ ਫਿਰ ਇਹ ਕਰਨਾਦ ਬਲਾਬਲ ਰਾਗ। ਬਲਾਬਲ ਦਾ ਮਤਲਬ ਹੈ ਜਦ ਬੁਲਾਉਂਦਾ ਤਾਂ ਬੋਲਦਾ। ਬਲਾਬਲ ਰਾਗ ਹੈ ਬੁਲਾਏ ਤੇ ਬੋਲਣਾ। ਇਹ ਹਰਪ੍ਰਭ ਜਿਹੜਾ ਗਾਵੇ ਅਸੀਂ ਇਹ ਬਲਾਬਲ ਰਾਗ ਕੀਤਾ, ਜਿਵੇਂ ਬੁਲਾਇਆ ਉਵੇਂ ਬੋਲੇ ਆ। ਇਹ ਕੀ ਜਾਣ ਬਲਾਬਲ ਰਾਗ ਕੀ ਹੁੰਦਾ। ਬਲਾਬਲ ਰਾਗ ਦੀ ਉੱਥੇ ਵਿਆਖਿਆ ਕੀਤੀ ਹੈ, ਬਲਾਬਲ ਰਾਗ ਹੁੰਦਾ ਕੀ ਹੈ। ਇਹਨਾਂ ਦਾ ਖਬਰਾਂ ਰਾਗੀਆਂ ਦਾ ਕੀ ਹੋਊਗਾ। ਇਹ ਬਲਾਬਲ ਰਾਗ ਬੋਲਦਾ ਫਿਰ ਕਰਨਾਦ ਬਲਾਬਲ ਰਾਗ, ਆਵਾਜ਼ ਕੱਢ ਕੇ ਮੂੰਹ ਦਾ ਨਾਦ ਹੈ ਕਰਨਾਦ ਨਾਦ। ਫਿਰ ਉੱਚੀ ਬੋਲਦਾ, ਦੁਨੀਆ ਨੂੰ ਸੁਣਦਾ। ਹੁੰਦੀ ਨਾਦ ਦੀ ਵਿਆਖਿਆ ਬੁਲਾਇਆ ਹੀ ਬੋਲਦਾ। ਫਿਰ ਜਦੋਂ ਇਹ ਬੁਲਾਇਆ ਬੋਲਦਾ ਹੈ, ਆਪ ਨਹੀਂ ਬੋਲਦਾ, ਫਿਰ ਇਹ ਸੱਚਖੰਡ ਖਰਾ ਖਜ਼ਾਨੇ 'ਚ ਪੈਣ ਦੇ ਕਾਬਲ ਹੋ ਜਾਂਦਾ। ਫਿਰ ਖਰਾ 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 ਆਖੇ ਸਭ ਹੋਏ। ਖਰਾ ਰਤਨ ਜੁਗ ਚਾਰੇ ਹੋਏ। ਤੇ ਇੱਥੇ ਵੀ ਖਰਾ, ਸੰਸਾਰ 'ਚ ਵੀ ਖਰਾ, ਸੱਚਖੰਡ 'ਚ ਵੀ ਖਰਾ, ਉੱਥੇ ਵੀ ਖਰਾ। ਤਾਂ ਚਾਰ ਯੁੱਗ ਤਾਂ ਬਣਦੇ ਨੇ। ਚੌਥਾ ਯੁੱਗ ਸੱਚਖੰਡ ਹੈ। ਇਹ ਲੋਕ 'ਚ ਵੀ ਖਰਾ, ਪਰਲੋਕ 'ਚ ਵੀ ਖਰਾ। ਇਹ ਲੋਕ ਦੇ ਵਿੱਚ ਤਿੰਨੇ ਯੁੱਗ ਨੇ, ਚੌਥਾ ਨਹੀਂ ਹੁੰਦਾ ਇਹ ਲੋਕ ਦੇ ਵਿੱਚ। ਭੂਤ ਭਵਿੱਖ ਵਰਤਮਾਨ ਤਿੰਨੇ ਸਮੇਂ ਨੇ ਇਹਦੇ ਵਿੱਚ। ਉਹਨਾਂ ਨੇ ਤਾਂ ਮੰਨ ਲਈ, ਉਹਨਾਂ ਨੂੰ ਪ੍ਰੋਬਲਮ ਸੀ ਵਿਚਾਰਿਆਂ ਨੂੰ। ਜਿਨ੍ਹਾਂ ਨੇ ਚਾਰ ਇੱਥੇ ਮੰਨ ਲਏ ਨਾ, ਰਿਸ਼ੀ ਮੁਨੀਆਂ ਨੇ, ਉਹ ਵਿਦਵਾਨ ਸੀ। ਹੁਣ ਚੌਥਾ ਕਿੱਥੇ ਲੈ ਕੇ ਜਾਂਦੇ। ਸੰਸਾਰ ਦੇ ਬਾਰੇ ਤਾਂ ਉਹਨਾਂ ਨੂੰ ਗਿਆਨ ਹੀ ਨਹੀਂ। ਉਹਨਾਂ ਨੇ ਸੰਸਾਰ 'ਚ ਚਾਰ ਵਾੜ ਲਏ। ਕੀ ਕਰਦੇ? ਇਹ ਮੁੱਕਰ ਦਾ ਵੀ ਚੌਥਾ ਹੁੰਦਾ ਹੀ ਨਹੀਂ, ਮੁੱਕਰ ਸਕਦੇ ਨਹੀਂ। ਇਹ ਪ੍ਰੋਬਲਮ ਸੀ ਉਹਨਾਂ ਨੂੰ। ਚੌਥੇ ਦਾ ਗਿਆਨ ਹੈ ਨਹੀਂ ਸੀ, ਸੰਸਾਰ 'ਚ ਚਾਰੇ ਬਣਾ ਲਏ। ਉਹ ਚੈਪਟਰ ਹੀ ਛੱਡਦਾ ਸੱਚਖੰਡ ਵਾਲਾ। ਉਹ ਤਾਂ ਗੁਰਬਾਣੀ 'ਚ ਹੈ ਚੈਪਟਰ, ਬਾਕੀ ਤਾਂ ਕਿਤੇ ਹੈ ਨਹੀਂ। ਉਹਨਾਂ ਦਾ ਸੁਰਗ ਨਰਕ ਚੈਪਟਰ ਹੈ। ਰਿਸ਼ੀਆਂ ਮੁਨੀਆਂ ਦਾ ਸੁਰਗ ਨਰਕ ਚੈਪਟਰ ਹੈ। ਸੁਰਗ ਨਰਕ ਨੂੰ ਬਾਣੀ ਨਹੀਂ ਮੰਨਦੀ। ਸਾਰੀਆਂ ਮੱਤਾਂ ਮੰਨਦੀਆਂ ਨੇ ਸੁਰਗ ਨਰਕ ਨੂੰ। ਮੁਸਲਮਾਨ ਵੀ ਮੰਨਦੇ ਨੇ ਦੋਜ਼ਖ ਨੂੰ, ਜੰਨਤ ਨੂੰ, ਪਰ ਗੁਰਮਤਿ ਨਹੀਂ ਨਾ ਮੰਨਦੀ। ਕਿਉਂਕਿ ਗੁਰਮਤਿ ਨੂੰ ਸੁਰਗ ਦਾ ਪਤਾ ਹੈ, ਸੁਰਗ ਕੀ ਹੁੰਦਾ। ਸੱਚਖੰਡ ਹੈ ਸੁਰਗ ਹੈ, ਸਵੈ ਘਰ, स्वयं का घर, निराकार का देश। निराकार के देश जाए तां सुख लहे महल, वो है सुरग। स्वयं का घर है जोड़ा। निराकारी जब होंगे उदों का घर है जोड़ा। आ तां माया के घर ने, ऐसे रह हम बहुत बसाए। ऐसे करता ने बथेरे पैदा किए ने। जब हम राम गर्भ होए आए। ये तो कच्चा घर है, की है काची गागर सर पर फूटा। ये तो थोड़ा चिर वास्ते घर है, फिर दूआ बनाना पै जाता, फिर तीआ बनाना, फिर होर बनाना पै जाता। आत्मा तो अमर है, शरीर अमर है नहीं। ये प्रॉब्लम है। ओंकार है, जोत भी है, हुक्म भी, शब्द भी। दो हाकम और हुक्म अड्ड अड्ड होंदे ने संसार च। ਹੁੰਦੇ ਨੇ। ਹਾਕਮ ਇੱਥੇ ਬੈਠਾ, ਹੁਕਮ ਕਰਤਾ, ਬੋਲਿਆ, ਉਹ ਪਰੇ ਸੁਣ ਗਿਆ। ਪਰ ਇਹ ਨਹੀਂ, ਏਦਾਂ ਨਹੀਂ ਹੈ। ਇੱਥੇ ਨਹੀਂ, ਇੱਥੇ ਹਾਕਮ ਹੁਕਮ ਨਾਲ ਹੀ ਜਾਂਦਾ, ਇਕੱਠੇ ਹੀ ਰਹਿੰਦੇ ਨੇ। ਜਿਵੇਂ ਲਹਿਰ ਔਰ ਪਾਣੀ ਅੱਡ ਨਹੀਂ ਹੋ ਸਕਦੇ ਇੱਕ ਦੂਏ ਤੋਂ।
लहर हुक्म है, लहर पानी हो है, लहरे जाके टच करूगी, पानी नू टच करूगा। जो पानी संग पानी, लहर पानी है, पानी जो पैदा हुई है पानी हुई है। ऐसे लीन प्यो गोबिंद स्यो जो पानी संग पानी। मन की है गोबिंद चो लहर पैदा हुई हुई है। पर पई हुई ओदी मर्जी तो खिलाफ है। हवा चलती है बाहर, जिधली भी हवा चलू उधली लहर पैदा हो जाती। सरोवर च, नहर च, छप्पड़ च, नदी च, पानी च, जिथे भी पानी खड़ा है। जे हवा पश्चिम की चलती है तो पश्चिम पूर्व नूं लहर जान लग जू, जे पूर्व चो हवा आती है तो लहर पश्चिम वाल नूं जान लग जू। पानी की तो कोई मर्जी नहीं, हवा की मर्जी। बस ये जड़ा है ना मन पाउण रूप होया है ना, इन्हें पुट्ठी लहर कढ़ी हुई है। नीवे पासे नूं लहर कढ़ ली माया वाल नूं। ये लहर रूप है। जे रुक जाए मन बिचे समा जाता। बस जितना रुक गया ना फिर हो गया। फिर अपने जितों लहर उड़ती उत्थे समा जाती। फिर कद होगा सवाल है। जे हवा दा रुख, हवा का जड़ा या तो हवा बंद हो जाए या पानी हवा का प्रभाव कबूल करना हट जाए। पानी की पोजीशन ऐसी हो जाए कि हवा उत्ते असर ना करे। वो पानी ते हवा असर ज्यादा नहीं करती या पानी जम जाए। अपने आप को इन्ना ठंडा कर लवे, जम जाए कि हवा जिन्नी मर्जी चली जाए ये असर ना करे। या फिर हवा हो गई ना, हवा ना होवे तो मुश्किल है। माया तो रहूगी इत्थे, ਇਹਦੇ ਤੇ असर ना करे। ਇਹਦਾ ਹਿਰਦਾ ਹਿਵਾਕਾਰ ਹੋ ਜਵੇ। ਗੁਰ ਹਿਵਾਕਾਰ, ਗੁਰਮਤਿ ਦੇ ਗਿਆਨ ਨਾਲ ਹਿਵਾਕਾਰ ਹੋ ਸਕਦਾ ਹੈ। ਮਨ ਜੰਮ ਸਕਦਾ ਹੈ, ਰੁਕ ਸਕਦਾ ਹੈ, ਸਮਝ ਕੇ। ਬੇਸਮਝੀ ਨਾਲ ਕਰ ਰਿਹਾ, ਮਾਇਆ ਨਾਲ ਜੁੜ ਰਿਹਾ। ਵਿਖਿਆ ਨਾ ਕਿਉਂ ਰਾਜਦਾ? ਅਣਜਾਣ ਤੇ ਵਿਖਿਆ ਮੈਂ ਰਚਿਆ। ਅਣਜਾਣ ਤੇ ਵਿਖਿਆ ਦਾ ਪ੍ਰਭਾਵ ਕਬੂਲ ਕਰਦਾ। ਜੇ ਜਾਣਦਾ ਆਪਣਾ ਬਚਨ, फिर यह विख्या का प्रभाव कबूल नहीं करूँ। ये चेतन है, ये प्रभाव कबूल करे। लोभ लहर का लोभ का या ना करे दी मर्जी है। लोभ का असीं प्रभाव कबूल करिए या ना करिए साडी मर्जी है। पर असीं जानबूझ के प्रभाव कबूल करते हैं। पानी जड़ है, हवा चलूगी, वो बेचारा नहीं, वो बस की गल नहीं है प्रभाव कबूल करे ना करे। तो जड़ है, असी तो चेतन हाँ, मन तो चेतन है। लोभ लहर है, लोभ का प्रभाव कबूल करना साडी मर्जी है। छड्ड सकते हैं पर छड्डते नहीं। जेड़े छड्ड दिंदे ने वो एक हो जाते हैं। लोभ का प्रभाव कबूल करना, माया का प्रभाव जे कबूल करने तो मन हट जाए, अपने मूड च समा जाता। इस करके सब तो वड्डा लोभ है जो किसी धर्म दे गुरमत नूं मनण च सब तो वड्डा अड़िक्का लोभ है। इस करके कह लोभी का विसा न कीजे, लोभी का विसा न करे भी सिख बन जू। लोभी ने सिख नहीं बनना। जिथे तक थोड़ी वाह लगे ना, जाका पार बस, जे का पार वसाए। सिखा नूं कह जिथे तक वाह लगे लोभियों ते भरोसा ना करियो। ये तुहानूं तां खराब कर सकते ने, थोड़े रल के सिੱਖੀ ਨੂੰ ਤਾਂ खराब कर सकते हैं।
ਇਹਨਾਂ ਨੇ ਆਪ ਨਹੀਂ ਸਿੱਖ ਬਣਨਾ। ਰਣਜੀਤ ਸਿੰਘ ਨੇ ਸਾਰੇ ਲੋਭੀ ਸਿੱਖ ਬਣਾ ਲਏ, ਆਪ ਵੀ ਲੋਭੀ ਸੀ ਨਾ। ਬਦਲਾ ਇਸ ਗੱਲ ਦਾ ਲਿਆ ਕਿ ਉਹਨਾਂ ਨੂੰ ਰਣਜੀਤ ਸਿੰਘ ਦੇ ਜਿਹਨਾਂ ਨੂੰ ਬਾਪ ਸੀ ਨਾ, ਜਿਹੜਾ ਰਣਜੀਤ ਸਿੰਘ ਮਹਾਂ ਸਿੰਘ, ਮਿਸਲ ਤਾਂ ਉਹਨੇ ਲਈ ਸੀ ਨਾ, ਪਹਿਲਾਂ ਮਿਸਲ ਤਾਂ ਉਹਨੇ ਕਾਇਮ ਕੀਤੀ ਹੈ, ਇਹਨੇ ਤਾਂ ਵਧਾਈਆਂ ਨੇ। ਉਹਦਾ ਬਾਣਾ ਲਾ ਲਿਆ ਸੀ ਅਕਾਲੀ ਫੂਲਾ ਸਿੰਘ ਨੇ ਵੀ ਜੇ ਮਿਸਲ ਦਾ ਰਾਜ ਕਰਨਾ ਤਾਂ ਬਾਣਾ ਲਾ ਦੇ, ਹੱਦ ਕਮਾਨ ਗਏ ਸੀ ਇਹ। ਉਹ ਬਦਲਾ ਲਿਆ ਸੀ ਇਹਨਾਂ ਨੇ, ਇਹ ਲੋਭੀਆਂ ਨੂੰ ਸਿੱਖ ਬਣਾ ਕੇ 2 ਨੰਬਰ ਦੇ ਸਿੱਖ, ਆ 2 ਨੰਬਰ ਦੀ ਸਿੱਖੀ ਹੈ। ਉਹ ਬਾਣਾ ਤਾਂ ਉਹਨਾਂ ਨੇ ਪਾਉਣ ਨਹੀਂ ਦਿੱਤਾ ਇਹਨਾਂ ਨੂੰ। ਆ ਡੁਪਲੀਕੇਟ ਬਾਣਾ ਤਾਂ ਬਾਅਦ ਚ ਪਾਇਆ। ਆ ਜਦ ਇਹਨਾਂ ਨੇ ਗੁਰਦੁਆਰੇ ਲਾਏ ਨੇ ਨਾ, ਜਦ ਉਹਨਾਂ ਨੇ ਪ੍ਰਮਾਣ ਕਰਤਾ ਵੀ ਐਸੇ ਵੀ ਅਕਾਲੀ ਹੋਤੇ हैं, ਨਹੀਂ ਇਹਨਾਂ ਨੂੰ ਚਾਬੀਆਂ ਨਹੀਂ ਸੀ ਮਿਲਦੀਆਂ। ਇਹਨਾਂ ਨੇ ਦੂਏ ਸਿੱਖ ਬਣਾ ਕੇ ਹੋਰ ਸਾਰੇ ਸਿੱਖ ਨੂੰ ਤਾਂ ਬਾਣਾ ਪਾਉਣ ਦੀ ਲੋੜ ਨਹੀਂ ਸੀ ਹੁੰਦੀ, ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਹੁੰਦੀ ਗੁਰੂਆਂ ਵੇਲੇ। ਇਹਦਾ 10 ਪਾਤਸ਼ਾਹ ਨਹੀਂ ਛਕਾਇਆ ਸੀ। ਗੁਰਦੁਆਰੇ ਜਾਣ ਵੇਲੇ ਕੋਈ ਲੋੜ ਨਹੀਂ ਸੀ, ਸਿੱਖ ਨੂੰ ਕੋਈ ਲੋੜ ਨਹੀਂ ਬਾਣਾ ਪਾਉਣ। ਇਸ ਗੁਰਦੁਆਰਾ ਐਕਟ ਸਿੱਖ ਹੈ, ਖਾਲਸਾ ਗੁਰਦੁਆਰਾ ਐਕਟ ਨਹੀਂ ਹੈ। ਸਿੱਖ ਨੂੰ ਕਿਰਪਾਨ ਪਾਉਣ ਦੀ ਕੋਈ ਲੋੜ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼। ਸਿੱਖ ਤਾਂ ਕਬੀਰ ਦੇ ਵੀ ਨੇ, ਖਾਲਸੇ ਨੂੰ ਹੈ ਬਾਣਾ ਪਾਉਣ ਦੀ ਲੋੜ। ਤਾਂ ਖਾਲਸਾ ਸਿੱਖ ਵਾਸਤੇ ਕਿਸੇ ਕਿਰਪਾਨ ਦੀ ਲੋੜ ਨਹੀਂ ਹੈ। ਹਾਂ, ਜਟਾ ਜੂੜ ਦੀ ਲੋੜ ਹੈ, ਦਾੜੀ ਕੇਸ ਦੀ ਲੋੜ ਹੈ, ਇਮਾਨਦਾਰੀ ਦੀ ਲੋੜ ਹੈ, ਗੁਣਾਂ ਦੀ ਲੋੜ ਹੈ, ਗੁਰਬਾਣੀ ਤੇ ਚੱਲਣ ਦੀ ਲੋੜ ਹੈ, ਗੁਰਬਾਣੀ ਨੂੰ ਮੰਨਣ ਦੀ ਲੋੜ ਹੈ। ਬਾਣਾ ਭਾਵੇਂ ਪਾਵੇ ਭਾਵੇਂ ਨਾ ਪਾਵੇ, ਮਨ ਕਰਕੇ ਸਿੱਖ ਬਣਿਆ ਉਹ। ਖਾਲਸਾ ਤਨ ਔਰ ਮਨ ਕਰਕੇ ਸਿੱਖ ਬਣਿਆ, ਮਨ ਕਰਕੇ ਪਹਿਲਾਂ, ਤਨ ਕਰਕੇ ਬਾਅਦ। ਸਿੱਖ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇ ਸਕਦਾ, ਜ਼ੁਲਮ ਸਹਿ ਸਕਦਾ। ਖਾਲਸਾ ਜ਼ੁਲਮ ਨਹੀਂ ਸਹਿ ਸਕਦਾ, ਤਲਵਾਰ ਨਾਲ ਲੜ ਸਕਦਾ। ਬਸ ਦੋਹਾਂ ਦੇ ਵਿੱਚ ਫਰਕ ਇੰਨਾ ਹੀ ਹੈ। ਉਹ ਜੇ ਕੋਈ ਦਬਾਉਂਦਾ ਉਹਨੂੰ ਗੁਰਮਤਿ ਛੱਡਦੇ, ਉਹ ਜੰਗ ਵੀ ਕਰ ਸਕਦਾ, ਕਰਨਾ ਉਹਦਾ ਫਰਜ਼ ਵੀ ਬਣਦਾ। ਉਹ ਜ਼ੁਲਮ ਨਹੀਂ ਸਹਿ ਸਕਦਾ। ਸਿੱਖ ਸਹਿ ਸਕਦਾ, ਭਗਤ ਸਹਿ ਸਕਦਾ। ਸਿੱਖ ਤਾਂ ਭਗਤ ਹੈ, ਸਿੱਖ ਭਗਤ ਨੇ। ਖਾਲਸਾ ਭਗਤ ਹੈ ਤਾਂ ਭਗਤ ਵੀ, ਪਰ ਇਹਦੇ ਕੋਲ ਰਾਜਯੋਗ ਹੈ। ਸਿੱਖ ਖਾਲਸਾ ਰਾਜਾ ਯੋਗੀ ਹੈ, ਰਾਜਾ ਵੀ ਹੈ, ਯੋਗੀ ਵੀ ਹੈ, ਭਗਤ ਵੀ ਹੈ, ਰਾਜਾ ਵੀ। ਇਹ ਦੋ ਇਹਦੇ ਕੋਲ। ਤਲਵਾਰ ਜੋ ਹੈ ਉਹਦੇ ਕੋਲ ਤੇ ਉਹ ਤਾਂ 6ਵੇਂ ਪਾਤਸ਼ਾਹ ਨੇ ਤਲਵਾਰ ਲੈ ਲਈ ਸੀ, ਐਸੀ ਗੱਲ ਨਹੀਂ। ਪਰ ਖਾਲਸਾ ਜਾ ਕੇ 10ਵੇਂ ਪਾਤਸ਼ਾਹ ਨਹੀਂ, ਕਿਉਂਕਿ ਬਾਹਰਲੀ ਜਿਹੜੀ ਪੌੜ ਹੈ ਨਾ, ਇਹ ਬਾਹਰਲੀ ਪ੍ਰਕਿਰਿਆ। ਉਹ ਨਾਮ ਅੰਮ੍ਰਿਤ ਦਿੰਦੇ ਸੀ ਸਿਰਫ, ਇਹ ਪੌੜ ਨਹੀਂ ਦੇਤੀ ਨਾਲ। ਪੌੜ ਤਾਂ ਸਮਾਜਿਕ ਗੱਲ ਹੈ, ਇਹ ਸਮਾਜਿਕ ਪ੍ਰਕਿਰਿਆ ਹੈ। ਇਹ ਬਾਣਾ ਬਦਲਦੀ ਹੈ। ਭਗਤਾਂ ਦੀ ਬਾਣੀ ਨਾਲ ਹੈ ਸਾਡੇ ਕੋਲ। ਭਗਤਾਂ ਦਾ ਤੇ ਗੁਰੂ ਨਾਨਕ ਦਾ ਬਾਣਾ ਇੱਕ ਥੋੜੀ ਸੀ। ਸਾਰਿਆਂ ਨੂੰ ਦੇਸ਼ ਦੇ ਪਹਿਰਾਵੇ ਹੁੰਦੇ ਨੇ, ਆਪਣੇ ਆਪਣੇ ਪਹਿਰਾਵੇ ਅਲੱਗ ਅਲੱਗ ਹੁੰਦੇ ਨੇ। ਉਹਦਾ ਕੋਈ ਪਹਿਰਾਵੇ ਦਾ ਕੋਈ ਨਹੀਂ, ਵਿਚਾਰਧਾਰਾ ਦੀ ਗੱਲ ਹੈ। ਪਹਿਰਾਵਾ ਚਾਹੇ ਇੱਕ ਹੋਵੇ, ਜੇ ਵਿਚਾਰਧਾਰਾ ਇੱਕ ਨਾ ਹੋਵੇ, ਲੜਾਈ ਤਾਂ ਉੱਥੇ ਵੀ ਹੈ। ਲੜਾਈ ਮੁੱਕਣੀ ਵਿਚਾਰਧਾਰਾ ਇੱਕ ਹੋਏ ਤੇ, ਟਕਰਾਅ ਮੁੱਕਣਾ ਵਿਚਾਰਧਾਰਾ ਇੱਕ ਹੋਏ ਤੇ। ਹੁਣ ਬਾਣਾ ਸਾਡਾ ਇੱਕ ਆ, ਵਿਚਾਰਧਾਰਾ ਇੱਕ ਹੈ ਨਹੀਂ, ਟਕਰਾਅ ਲੜਾਈ ਹੈ। ਲੜਾਈ ਦਾ ਕਾਰਨ ਹੈ ਕਿ ਵਿਚਾਰਧਾਰਾ ਗੁਰਮਤਿ ਦੀ ਨਹੀਂ ਅਸੀਂ ਬਣਾਈ, ਬਾਣਾ ਬਣਾ ਲਿਆ। ਬਾਣੇ ਨਾਲ ਕੀ ਫਰਕ ਪਊਗਾ? ਮੁਸਲਮਾਨਾਂ ਦੇ ਵੀ ਬਾਣਾ ਇੱਕ ਆ, ਵਿਚਾਰਧਾਰਾ ਇੱਕ ਹੈ ਨਹੀਂ। ਟਕਰਾਓ ਜਦ ਹੋਣਾ ਖਤਮ, ਵਿਚਾਰਧਾਰਾ ਅਡਾਪਟ ਕਰੇ ਤੇ ਹੋਣਾ। ਵਿਚਾਰਧਾਰਾ ਗੁਰਮਤਿ ਹੈ। ਗੁਰਮਤਿ ਤੇ ਅਸੀਂ ਚੱਲਦੇ ਨਹੀਂ, ਸਿੱਖ ਬਣੀ ਜਾਂਦੇ। ਤਲਵਾਰਾਂ ਆਪਸ ਵਿੱਚ ਖਿੱਚੀਆਂ ਪਈਆਂ ਨੇ। ਐਸੀ ਸਿੱਖੀ ਦਾ ਕੀ ਲੈਣਾ? ਇਹ ਤਾਂ ਸਿੱਖੀ ਬਦਨਾਮ ਕਰਨ ਵਾਲੀ ਗੱਲ ਹੈ। ਇਹ ਜਿਹੇ ਸਿੱਖਾਂ ਦੇ ਕੀ ਕਰਾਉਣਾ ਜਿਹੜੇ ਸਿੱਖੀ ਨੂੰ ਬਦਨਾਮ ਕਰ ਦੇਣ? ਇਹ ਰਣਜੀਤ ਸਿੰਘ ਦੀ ਕਾਢ ਸੀ।
ਦਸਮ ਪਾਤਸ਼ਾਹ ਨੇ ਤਾਂ ਕਿਹਾ ਸੀ ਛਾਂਟ ਕੇ ਲਿਓ, ਤਲਵਾਰ ਕੱਢ ਕੇ ਕਿਉਂ ਵੀ ਸਿਰ ਲੈਣਾ ਪਹਿਲਾਂ, ਜੇ ਦੇਣਾ ਤਾਂ ਆ ਜਾ, ਨਹੀਂ ਤਾਂ ਜਾ ਕਰ ਲੂ। ਸਾਨੂੰ ਸਿੱਖਾਂ ਦੀ ਲੋੜ ਨਹੀਂ ਹੈ ਬਹੁਤਿਆਂ ਦੀ, ਬਹੁਤੇ ਨਹੀਂ ਇਕੱਠੇ ਕਰੀਦੇ ਹੁੰਦੇ ਕਿਸੇ ਧਰਮ। ਜਿੰਨੇ ਧਰਮ ਜ਼ਿਆਦਾ, ਜੇ ਤਾਂ ਕਿਸੇ ਨੇ ਵਿਚਾਰਧਾਰਾ 'ਤੇ ਲਿਆਉਣੇ ਹੋਣ ਫਿਰ ਤਾਂ ਥੋੜੇ ਰੱਖੀਦੇ ਹੁੰਦੇ ਨੇ। ਜਣੇ ਕਣੇ ਨੂੰ ਤਾਂ ਸਕੂਲ ਵਾਲੇ ਭਰਤੀ ਨਹੀਂ ਕਰਦੇ, ਸਕੂਲ ਵਾਲੇ ਨਹੀਂ ਲੈਂਦੇ ਕਮਜ਼ੋਰਾਂ ਨੂੰ, ਕਹਿੰਦੇ ਅਸੀਂ ਆਪਣੇ ਸਕੂਲ ਦੀ ਬਦਨਾਮੀ ਕਰਾਉਣੀ ਹੈ ਤਾਂ ਸਾਰੇ ਫੇਲ ਹੋ ਜਾਣਗੇ। ਉਹ ਵੀ ਟੌਪਰਾਂ ਨੂੰ ਲੈਂਦੇ ਨੇ ਇਮਤਿਹਾਨ ਲੈ ਕੇ, ਇਹ ਹਰੇਕ ਨੂੰ ਭਰਤੀ ਕਰੀ ਜਾਂਦੇ ਨੇ। ਕਿਉਂ ਕਰਦੇ ਨੇ? ਇਹਨਾਂ ਨੂੰ ਚਾਹੀਦੀ ਹੈ ਫੀਸ। ਪਾਸ ਤਾਂ ਕਿਸੇ ਨੂੰ ਨਾ ਇਹਨਾਂ ਨੇ ਆਪ ਹੋਣੇ, ਨਾ ਕਿਸੇ ਨੂੰ ਪਾਸ ਹੋਣ ਦਾ ਤਾਂ ਮਤਲਬ ਹੀ ਨਹੀਂ, ਪੜ੍ਹਾਈ ਦਾ ਤਾਂ ਮਤਲਬ ਹੀ ਨਹੀਂ ਹੈ। ਗੁਰਮਤਿ ਕੀ ਹੈ, ਕੀ ਕਿਸੇ ਨੇ ਸਿੱਖ ਬਣਨਾ ਨਹੀਂ ਬਣਨਾ, ਇਹ ਵਿਸ਼ਾ ਨਹੀਂ ਹੈ ਸਾਡਾ। ਸਾਡਾ ਵਿਸ਼ਾ ਸਿਰਫ ਕੀ ਹੈ ਕਿ ਸਾਡੀ ਤਾਦਾਦ ਕਿੰਨੀ ਹੈ, ਸਾਡੇ ਕੋਲ ਵੋਟਾਂ ਕਿੰਨੀਆਂ ਨੇ, ਸਾਡੇ ਕੋਲ ਗੋਲਕ ਕਿੰਨੀ ਹੈ। ਇਹ ਤਾਂ ਸਾਰਾ ਵਿਸ਼ਾ ਹੀ ਗੁਰਮਤਿ 'ਤੇ ਉਲਟ ਹੋ ਗਿਆ। ਇਹ ਤਾਂ ਗੁਰਮਤਿ 'ਤੇ ਸਾਰਾ ਸਾਡਾ ਅੱਜ ਦਾ ਮੁੱਦਾ ਜਿਹੜਾ ਹੈਗਾ, ਗੁਰਮਤਿ ਵਾਲਾ ਮੁੱਦਾ ਹੀ ਕੋਈ ਨਹੀਂ ਰਿਹਾ। ਫਿਰ ਸਿੱਖੀ ਭਾਲਦੇ ਹੋ ਤੁਸੀਂ? ਸਿੱਖੀ ਤਾਂ ਤੁਸੀਂ ਆਪ ਖਤਮ ਕੀਤੀ ਹੈ ਔਰ ਕਰ ਰਹੇ ਹੋ ਆਪ ਖਤਮ। ਸਿੱਖੀ ਦਾ ਮਾਰਗ ਨਹੀਂ ਹੈ। ਸਿੱਖੀ ਦਾ ਮਾਰਗ ਹੈ ਛਾਂਟ ਛਾਂਟ ਕੇ ਕੱਢ ਦੋ। ਹੁਣ ਉਤਰੋ ਵੀ ਜਹਾਜ਼ 'ਚੋਂ ਤੁਸੀਂ ਸਾਰੇ, ਤੁਸੀਂ ਡੁਬੋਣਾ ਹੈ ਜਹਾਜ਼ ਸਾਡਾ। ਜਿਹੜਾ ਕੋਈ ਕਾਬਲ ਹੈ ਬੈਠਾ ਰਹੋ, ਜਿਹਨੇ ਬਾਣੀ ਮੰਨਣੀ ਹੈ ਉਹ ਸਿੱਖ ਰਹੋ, ਜੇ ਨਹੀਂ ਮੰਨੀ ਘਰ ਨੂੰ ਜਾਓ, ਕੰਮ ਕਰੋ, ਟਾਈਮ ਵੇਸਟ ਨਾ ਕਰੋ। ਇੱਥੇ ਨਾ ਚੜਾਇਆ ਕਰੋ ਪੈਸੇ ਗੁਰਦੁਆਰੇ, ਕਿਉਂ ਜੇਬ ਖਾਲੀ ਕਰਦੇ ਹੋ? ਇੱਥੋਂ ਨਹੀਂ ਕੁਝ ਮਿਲਦਾ ਹੈ ਚੜਾਏ ਤੇ। ਨਿਆਣਿਆਂ ਨੂੰ ਖਰਚ ਕਰ ਲਓ, ਆਪਣੇ ਤੇ ਆਪੇ ਕਰ ਲਓ ਦਾਨ, ਉਹ ਆਪੇ ਕਰ ਲਓ। ਉਹਦੇ ਨਾਲ ਚੰਗਾ ਤੁਸੀਂ ਗੁਰਬਾਣੀ ਦਾ ਕੋਈ ਇੱਕ ਸ਼ਬਦ ਮੰਨ ਲਓ, ਉਹ ਚੰਗਾ ਹੈ। ਪੈਸੇ ਪੂਸੇ ਦੇਣ ਨੂੰ ਗੁਰੂ ਖਰੀਦਿਆ ਨਹੀਂ ਜਾ ਸਕਦਾ। ਇਹ ਸਿੱਖੀ ਖਰੀਦ ਕੇ ਨਹੀਂ ਮਿਲਦੀ ਹੈ, ਜ਼ਿਆਦਾ ਪੈਸੇ ਚੜ੍ਹ ਤੇ ਨਹੀਂ ਮਿਲਦੀ। ਸਿੱਖੀ ਮਿਲਦੀ ਹੈ ਮੰਨਦੇ ਮੰਨਣ ਨਾਲ। ਉਹ ਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੈ। ਐਂ ਕਿਵੇਂ ਦੇ ਦੋਗੇ? ਤੁਸੀਂ ਦੇ ਦੋਗੇ? ਉਹ ਗੱਲ ਹੋਰ ਹੈ, ਹੋਰ। ਲੇਕਿਨ ਸਾਡਾ ਮੁੱਦਾ ਸਿੱਖੀ ਨਹੀਂ। ਜਿਹੜੀਆਂ ਹੋਰ ਮੱਤਾਂ ਨੇ ਉਹ ਜਿਹੇ ਸਾਡਾ ਮੁੱਦਾ। ਸਾਡੀ ਮਾਤਾ ਹੋਰ ਮੱਤਾਂ ਦਾ, ਸਾਡੀ ਤਾਂ ਮੱਤੇ ਨਿਆਰੀ ਸੀ। ਇਹ ਤਾਂ ਨਿਆਰਾਪਣ ਤਾਂ ਖਾਲਸਾ ਹੀ ਨਿਆਰਾ। ਨਿਆਰਾਪਣ ਕੀ ਹੈ ਫਿਰ ਸਾਡੇ ਕੋਲ? ਸਾਨੂੰ ਇਹ ਦੱਸਣਾ ਹੋਊ। ਜੇ ਸਾਡੀ ਸਿੱਖੀ ਠੀਕ ਹੈ, ਚਲੋ ਮੰਨਦੇ ਹਾਂ। ਜੇ ਕੋਈ ਕਹਿੰਦਾ ਠੀਕ ਹੈ ਸਿੱਖੀ ਜੋ ਹੈ, ਤਾਂ ਉਹ ਦੱਸੇ ਨਿਆਰਾਪਣ ਕੀ ਹੈ ਦੂਜੇ ਮੁੱਦੇ। ਜੇ ਨਹੀਂ ਹੈ ਤਾਂ ਕਿਉਂ ਨਹੀਂ ਹੈ ਨਿਆਰਾਪਣ? ਕਿਉਂਕਿ ਨਿਆਰਾਪਣ ਇਹ ਹੈ ਇੱਕ, ਇਹਨੇ ਆਪਣਾ ਮੂਲ ਪਛਾਣਨਾ ਹੈ। ਸਿੱਖ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਮੁੱਦਾ ਮੂਲ ਪਛਾਣਨ ਦਾ ਹੈ। ਜੇ ਮੂਲ ਨਹੀਂ ਪਛਾਣਨਾ ਫਿਰ ਸਿੱਖੀ ਨਹੀਂ ਹੈ। ਫਿਰ ਕੀ ਪਛਾਣਨਾ? ਸਿੱਖ ਬਣ ਕੇ ਕੀ ਲੈਣਾ? ਫਿਰ ਜੇ ਮੂਲ ਨਹੀਂ ਪਛਾਣਨਾ ਆਪਣਾ, ਤਾਂ ਸਿੱਖ ਬਣਨ ਦਾ ਤੁਹਾਡਾ ਅਸਲ 'ਚ ਮੁੱਦਾ ਕੀ ਹੈ, ਲੋੜ ਕੀ ਹੈ ਸਿੱਖ? ਤੂੰ ਦੱਸੋ ਵੀ ਤੂੰ ਸਿੱਖ ਕਿਉਂ ਬਣਦਾ ਹੈ? ਸਿੱਖਾਂ ਦੀ ਤਾਦਾਦ ਘੱਟ ਹੈ ਵਰਲਡ ਵਿੱਚ। ਤੂੰ ਈਸਾਈ ਬਣ ਜਾ। ਫਿਰ ਜੇ ਤਾਦਾਦ ਬਦਲਦੇ ਵੱਲ ਜਾਣਾ, ਈਸਾਈਆਂ ਦੀ ਤਾਦਾਦ ਬਥੇਰੀ ਹੈ, ਮੁਸਲਮਾਨਾਂ ਦੀ ਬਥੇਰੀ ਹੈ ਤਾਦਾਦ। ਜੇ ਤਾਦਾਦ ਵਾਲੇ ਪਾਸੇ ਜਾਣਾ, ਜਿਹਨਾਂ ਦੀ ਤਾਦਾਦ ਜ਼ਿਆਦਾ ਉਹਨਾਂ ਜਾ ਵੜੋ, ਛੱਡ ਜਾਓ ਸਿੱਖੀ ਨੂੰ। ਇਹਨਾਂ ਦੀ ਤਾਦਾਦ ਨਹੀਂ ਵਧਣੀ, ਦੂਜਿਆਂ ਨੇ ਵਧਣ ਨਹੀਂ ਦੇਣੀ। ਬਦਨਾਮ ਜਿਹੜਾ ਮਤ ਬਦਨਾਮ ਹੋ ਜਾਏ, ਉਹ 'ਚ ਨਹੀਂ ਕੋਈ ਵੜਦਾ ਹੁੰਦਾ। ਇਹ ਤਾਂ ਬਦਨਾਮ ਕਰਦਾ ਇਹਨੂੰ। ਇਹ ਤਾਂ ਕੁਛ ਹੋਰ ਮੁੱਦਾ ਹੈ ਧਰਮ ਦਾ। ਬਾਕੀ ਧਰਮਾਂ ਦਾ ਮੁੱਦਾ ਵੜ ਤੇ ਕਬਜ਼ਾ ਕਰਨਾ। ਸਾਡਾ ਵੜ ਤੇ ਕਬਜ਼ਾ ਕਰਨਾ ਮੁੱਦਾ ਨਹੀਂ ਹੈ। ਇਸਲਾਮ ਆਇਆ, ਇਸਲਾਮ ਸਾਰੀ ਦੁਨੀਆ 'ਚ ਫੈਲਾ ਦੇਣਾ ਤਲਵਾਰ ਦੇ ਜ਼ੋਰ ਨਾਲ। ਇਸਲਾਮ ਨਹੀਂ ਫੈਲਿਆ। ਇਸਲਾਮ ਤਾਂ ਈਮਾਨ ਤਾਂ ਉਹਨਾਂ ਆਪਣੇ ਕੋਲ ਨਹੀਂ ਰਿਹਾ। ਇਸਲਾਮ ਦਾ ਮਤਲਬ ਈਮਾਨ। ਈਮਾਨ ਤਾਂ ਉਦੋਂ ਹੀ ਖਤਮ ਹੋ ਗਿਆ ਜਦੋਂ ਹੁਸਨ ਹੁਸੈਨ ਤੇ ਹਮਲਾ ਕਰਤਾ। ਈਮਾਨ ਤਾਂ ਉਦੋਂ ਹੀ ਖਤਮ ਹੋ ਗਿਆ।
लोग कहते हैं हमला, वो ईमान ते आके भी जंग बंद हो गई, शाम का टाइम उन्होंने कहा भी जंग चारो प्यार च सब कुछ जायज है। ਜਿਹੜੇ ਲੋਕ ਇਹ ਮੰਨਦੇ ਨੇ ਐਵਰੀਥਿੰਗ ਇਜ਼ ਫੇਅਰ ਇਨ ਵਾਰ ਐਂਡ ਲਵ, ਉਹ ਧਾਰਮਿਕ ਬੰਦੇ ਨਹੀਂ। ਜਿਹੜੇ ਧਰਮ ਨੇ ਇਹ ਗੱਲ ਮੰਨ ਲਈ ਕਿ ਜੰਗ 'ਚ ਕੁਝ ਵੀ ਜਾਇਜ਼ ਹੈ, ਉਹ ਧਰਮ ਨਹੀਂ ਰਿਹਾ, ਉਹ ਧਰਮ ਨਹੀਂ ਰਿਹਾ। ਇੱਕ ਗੱਲ ਬਣਨ ਨਾਲ ਧਰਮ ਰਹਿੰਦਾ ਹੀ ਨਹੀਂ, ਤਾਂ ਧੋਖਾ ਬਣ ਗਿਆ। ਫਿਰ ਤਾਂ ਧੋਖਾ ਬਣ ਗਿਆ। ਧੋਖਾ ਤੁਹਾਡੇ ਨਾਲ ਹੋਇਆ ਨਹੀਂ ਅਨੰਦਪੁਰ ਸਾਹਿਬ, ਧੋਖਾ ਹੀ ਹੋਇਆ। ਦੂਜਿਆਂ ਨੂੰ ਤੁਸੀਂ ਧਰਮ ਮੰਨੋਗੇ ਜਿਹਨਾਂ ਨੇ ਧੋਖਾ ਕੀਤਾ। ਧੋਖੇਬਾਜ਼ ਆਦਮੀ ਧਾਰਮਿਕ ਨਹੀਂ ਹੁੰਦਾ। ਧਰਮ ਜਿਹੜਾ ਧੋਖਾ ਕਰੇ ਉਹ ਧਰਮ ਨਹੀਂ ਰਹਿੰਦਾ। ਫਿਰ ਤਾਂ ਔਰੰਗਜ਼ੇਬ ਨੂੰ ਕਿਹਾ ਦਸਮ ਪਾਤਸ਼ਾਹ ਨੇ, ਤੇਰਾ ਧਰਮ ਨਹੀਂ ਰਿਹਾ, ਮੇਰਾ ਰਹਿ ਗਿਆ। ਮੈਂ ਧੋਖਾ ਨਹੀਂ ਕੀਤਾ, ਧੋਖਾ ਖਾਧਾ ਮੈਂ ਕੀਤਾ ਨਹੀਂ। ਧੋਖਾ ਮੈਂ ਖਾਧਾ, ਐਤਵਾਰ ਕੀਤਾ ਝੂਠੇ ਦਾ, ਧੋਖਾ ਦਿੱਤਾ ਨਹੀਂ। ਤੁਸੀਂ ਧੋਖਾ ਦਿੱਤਾ। ਬੜਾ ਪਿੰਚ ਹੋਇਆ ਔਰੰਗਜ਼ੇਬ ਨੂੰ, ਲੈ ਕੇ ਬਹਿ ਗਈ ਉਹਨੂੰ। ਇਹ ਗੱਲ ਬਹੁਤ ਮਾੜਾ ਹੋਇਆ। ਦਿਲੋਂ ਨਹੀਂ ਸੀ ਚਾਹੁੰਦਾ ਔਰੰਗਜ਼ੇਬ ਬਿਲਕੁਲ ਵੀ। ਇਹਨਾਂ ਨੂੰ 1000 ਦਰਜੇ ਚੰਗਾ ਸੀ ਸਾਰਿਆਂ ਨੂੰ। ਅੱਜ ਦੇ ਤਾਂ ਸਿੱਖਾਂ ਨੂੰ ਵੀ ਚੰਗਾ ਸੀ ਔਰੰਗਜ਼ੇਬ, ਐਵੇਂ ਚਾਹੇ ਜਿੰਨਾ ਮਰਜ਼ੀ ਰੌਲਾ ਪਾਈ ਜਾਣ। ਇਹ ਜਿਹੜਾ ਤਿਆਰ ਹੋ ਗਿਆ ਵੀ ਮੈਂ ਨੰਗੇ ਪੈਰੀ ਬਿਨਾਂ ਹਥਿਆਰ ਤੇ ਦਸਮ ਪਾਤਸ਼ਾਹ ਕੋਲ ਜਾਊਂਗਾ, ਮੈਨੂੰ ਜਾਣਾ ਚਾਹੀਦਾ, ਚਾਹੇ ਮੈਨੂੰ ਕਤਲ ਕਰ ਦੇਵੇ, ਕੀ ਫਰਕ ਪਊ, ਮੁੰਡੇ ਹੈਗੇ ਮੇਰੇ, ਰਾਜ ਤਾਂ ਮੇਰਾ ਹੀ ਰਹਿਣਾ। ਕਤਲ ਕਰ ਦੋ ਫਿਰ ਕਿਉਂ, ਮੇਰੀ ਇਹ ਉੱਤਰ ਜੂਗੀ। ਜੇ ਮੈਨੂੰ ਕਤਲ ਕਰ ਦੇਵੇ ਮੇਰਾ ਕਲੰਕ ਉਤਰ ਜੂ। ਕਲੰਕ ਲੈ ਕੇ ਮਰਨਾ ਨਹੀਂ ਸੀ ਚਾਹੁੰਦਾ। ਉਹਦਾ ਜਿਹੜੇ ਵਿੱਚ ਜਿਨ੍ਹਾਂ ਨੇ ਕੀਤਾ ਸੀ ਸ਼ਰਾਰਤ, ਹਮਲਾ ਕੀਤਾ ਸੀ, ਔਰੰਗਜ਼ੇਬ ਦੇ ਨਾ ਚਾਹੁੰਦੇ, ਉਹ ਕਹਿੰਦੇ ਵੀ ਜੇ ਦੋਏ ਮਿਲ ਗਏ ਸਾਡੀ ਆਫਤ ਆ ਜੂਗੀ, ਸਾਡੀ ਸ਼ਾਮਤ ਆ ਜੂਗੀ। ਬਾਈ ਧਾਰੀਆਂ ਦੀ ਵੀ ਸ਼ਾਮਤ ਆ ਜਾਣੀ ਸੀ, ਵਜੀਦੇ ਦੀ ਸ਼ਾਮਤ ਆ ਜਾਣੀ ਸੀ, ਉਹ ਕੱਟੜਵਾਦੀਆਂ ਦੀ ਸ਼ਾਮਤ ਆ ਜਾਣੀ ਸੀ। ਔਰੰਗਜ਼ੇਬ ਦਾ ਛੋਟਾ ਮੁੰਡਾ ਉਹਨਾਂ ਦੇ ਨਾਲ ਸੀ, ਕੱਟੜਵਾਦੀਆਂ ਦੇ। ਤਾਂ ਫਿਰ ਉਹਦੇ ਨਾਲ ਕਿਹਾ ਵੀ ਇਹਨੂੰ ਜਾਣ ਨਾ ਦਿਓ। ਬਹਾਦਰ ਸ਼ਾਹ ਦੋਹਾਂ ਨਾਲ ਸੀ, ਉਦਾਰਵਾਦੀ ਸੀ, ਉਹ ਕੱਟੜਵਾਦੀ ਸੀ। ਉਹਨੂੰ ਇਹ ਚਾਹੁੰਦੇ ਸੀ ਲਿਆਉਣਾ, ਉਹ ਕੱਟੜਵਾਦੀ। ਇਹਨੂੰ ਲਿਆਓ, ਫਿਰ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਮੁਸਲਮਾਨ ਬਣਾਵਾਂਗੇ ਸਾਰਿਆਂ ਨੂੰ, ਸਖਤੀ ਕਰਕੇ। ਇਹ ਤਾਂ ਅੰਦਰਲੀਆਂ ਗੱਲਾਂ ਨੇ ਸਾਡੀ। ਜਦੋਂ ਇੱਕ ਥੋੜੀ ਜਿਹੀ ਗੱਲ ਕਾਰਨ ਨਾਲ ਧੋਖਾ ਕੀਤਾ। ਨਿਯਮ ਸੀ ਜਦੋਂ ਹਥਿਆਰ ਮੁੱਕ ਜਾਣ, ਕੇਸ ਖੁੱਲ ਜਾਣ, ਰਾਤ ਹੋ ਜਾਵੇ ਜਾਂ ਕਿਸੇ ਦਾ ਰੱਥ ਟੁੱਟ ਜਾਵੇ, ਰੱਥ ਫਸ ਜਾਵੇ, ਫਿਰ ਉਹਦੇ ਬਾਅਦ ਨਹੀਂ ਕਰਨਾ। ਜਦੋਂ ਕਹਿ ਦੇਵੇ ਭਾਈ ਹੁਣ ਇੰਨਾ ਚਿਰ ਵਾਸਤੇ ਜੰਗ ਬੰਦਾ, ਮੈਂ ਆਹ ਕੰਮ ਐਂ ਹੋ ਗਿਆ, ਉਹਦੇ ਬਾਅਦ ਫਿਰ ਮੈਂ ਤਿਆਰ ਹੋ ਜੂ, ਫਿਰ ਹਮਲਾ ਕਰਨਾ। ਕਰਨ ਦਾ ਰੱਥ ਫਸ ਗਿਆ ਭਈਆ, ਉਹ ਕੱਢਣ ਲੱਗਿਆ, ਜੰਗ ਬੰਦ ਹੋ ਗਈ। ਜਦੋਂ ਕੱਢਣ ਲੱਗਿਆ ਉਹਨੇ ਉਕਸਾ ਗਿਆ, ਅਰਜਨ ਤੇ ਤੀਰ ਮਰਾਤਾ ਕ੍ਰਿਸ਼ਨ ਨੇ। ਕੀ ਧਰਮ ਰਹਿ ਗਿਆ ਫਿਰ? ਇਹ ਜਿਹੜੇ ਧਰਮ ਨੂੰ ਇਹ ਚੀਜ਼ਾਂ ਵਿਰਸੇ 'ਚ ਮਿਲੀਆਂ ਹੁਣ, ਉਹਨਾਂ ਨੇ ਗਊ ਦੀ ਕਸਮ ਖਾ ਕੇ ਉਹ ਕਰਨਾ ਹੀ ਸੀ ਕੰਮ। ਉਹਨਾਂ ਦਾ ਪ੍ਰਮਾਣ ਸੀ ਇਹ ਗੱਲ। ਉਹਨਾਂ ਦੇ ਧਰਮ 'ਚ ਹੈ ਧੋਖਾ ਕਰਨਾ। ਸਾਨੂੰ ਨਹੀਂ ਯਾਦ, ਸਿੱਖਾਂ ਨੂੰ ਯਾਦ ਨਹੀਂ ਹੈਗਾ ਧੋਖਾ ਕਰਨਾ, ਸਾਨੂੰ ਯਾਦ ਨਹੀਂ। ਕੋਈ ਕਰੇ, ਕਰਦਾ ਰਹੇ, ਅਸੀਂ ਨਹੀਂ ਕਰਨਾ। ਜਿਹਨੇ ਸਾਡਾ ਧੋਖਾ ਕੀਤਾ ਉਹਦੇ ਨਾਲ ਨਹੀਂ ਕਰਨਾ। ਅਸੀਂ ਸੱਚ ਕਾਹਦਾ ਹੋਇਆ, ਸੱਚ ਕਾਹਦਾ ਹੋਇਆ। ਅਸੀਂ ਨਹੀਂ ਕਿਸੇ ਨਾਲ ਕਰਨਾ ਧੋਖਾ, ਕੋਈ ਕਰਦਾ ਰਹੇ। ਅਸੀਂ ਨਹੀਂ ਕਿਸੇ ਨੂੰ ਬੈਰੀ ਸਮਝਣਾ, ਕੋਈ ਸਮਝਦਾ ਰਹੇ। ਅਸੀਂ ਨਹੀਂ ਕਿਸੇ ਨੂੰ ਬਗਾਨਾ ਸਮਝਣਾ, ਕੋਈ ਸਮਝਦਾ ਰਹੇ। ਆਪੇ ਹਟ ਜੂ। ਜੇ ਅਸੀਂ ਸੱਚਾ ਆਪੇ ਹਟ ਜੂਗਾ। ਭਗਤਾਂ ਨੇ ਇਹੀ ਕੰਮ ਕੀਤਾ ਹੈ। ਸਾਰੀ ਦੁਨੀਆ ਨੇ ਭਗਤਾਂ ਦਾ ਵਿਰੋਧ ਕੀਤਾ, ਸਾਰੇ ਤਲੂਏ ਚੜ੍ਹਦੇ ਨੇ ਭਗਤਾਂ ਦੇ। ਕਿਉਂ? ਉਹ ਨਹੀਂ ਆਪਣੇ ਡੋਲੇ, ਆਪਣੇ ਰਾਹ ਚੱਲਦੇ ਰਹੇ। ਹਾਥੀ ਆਪਣੇ ਰਾਹ ਚੱਲਦਾ ਰਿਹਾ, ਕੁੱਤੇ ਭੌਂਕਦੇ ਰਹੇ, ਹਾਥੀ ਨਿਕਲ ਗਿਆ। ਅਸੀਂ ਨਹੀਂ ਕਰ ਸਕਦੇ। ਪਰ ਕਰੇ ਕੌਣ? ਇਹ ਦੁਨਿਆਵੀ ਆਦਮੀ। ਕਿਵੇਂ? ਦੁਨਿਆਵੀ ਆਦਮੀ ਦਾ ਧਰਮ ਨਹੀਂ ਹੈ। ਦੁਨਿਆਵੀ ਆਦਮੀ ਦਾ ਕੋਈ ਵੀ ਧਰਮ ਨਹੀਂ ਹੁੰਦਾ।
ਜਿਹੜਾ ਧਾਰਮਿਕ ਆਦਮੀ ਉਹ ਦੁਨਿਆਵੀ ਨਹੀਂ ਰਹਿੰਦਾ ਹੁੰਦਾ। ਜੇ ਦੁਨਿਆਵੀ ਹੈ ਤਾਂ ਧਾਰਮਿਕ ਨਹੀਂ ਹੁੰਦਾ, ਜੇ ਲੋਭੀ ਹੈ ਧਾਰਮਿਕ ਨਹੀਂ ਹੈ, ਜੇ ਲੋਭੀ ਨਹੀਂ ਹੈ ਤਾਂ ਦੁਨਿਆਵੀ ਨਹੀਂ ਹੈ। ਦੁਨਿਆਵੀ ਕਿਵੇਂ ਰਹਿ ਜੂਗਾ? ਇਹ ਦੋਹਾਂ ਦਾ ਭਗਤਾਂ ਤੇ ਸਹਿਸਾਰੀਆਂ ਜੋੜ ਜਿਹੜਾ ਲੋਭੀ ਨਹੀਂ ਉਹ ਭਗਤ ਹੈ, ਉਹ ਦੁਨਿਆਵੀ ਨਹੀਂ ਹੈ, ਸੰਸਾਰੀ ਨਹੀਂ ਹੈ। ਫਿਰ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਬਾਣੀ ਪੜ੍ਹਨ ਦੀ ਨਹੀਂ, ਬਾਣੀ ਮੰਨਣ ਦੀ ਹੈ। ਇਹ ਤਾਂ ਅਸੀਂ ਪ੍ਰਚਾਰ ਹੀ ਨਹੀਂ ਕਰਦੇ। ਜੇ ਪ੍ਰਚਾਰ ਕਰੀਏ ਸਾਡੇ ਖਿਲਾਫ ਜਾਂਦਾ। ਅਸਲ 'ਚ ਇਹਨਾਂ ਗੱਲਾਂ ਦਾ ਪ੍ਰਚਾਰ ਤਾਂ ਨਹੀਂ ਕਰਦੇ, ਸਿੱਖ ਇਹਨਾਂ ਦੇ ਖਿਲਾਫ ਜਾਂਦੀ ਹੈ। ਜਦ ਲੋਕ ਪੜ੍ਹਦੇ ਨੇ ਇਹਨਾਂ ਗੱਲਾਂ ਨੂੰ, ਫਿਰ ਉਹ ਦਬੀ ਜ਼ਬਾਨ ਨਾਲ ਕਹਿੰਦੇ ਨੇ ਕਿ ਸਿੱਖੀ ਤਾਂ ਬਹੁਤ ਉੱਚੀ ਗੱਲ ਹੈ, ਪਰ ਇਹ ਕੀ ਕਰਦੇ ਨੇ? ਹੁਣ ਇਹਨਾਂ ਦੇ ਪਿੰਡਾਂ ਦੇ ਖੱਖਰ ਨੂੰ ਛੇੜਨ ਵੀ ਗੱਲ ਪੈ ਜਾਣਗੇ। ਤਾਂ ਜੇ ਕਹਿੰਦਾ ਤੁਸੀਂ ਕੀ ਕਰਦੇ ਹੋ, ਸਾਡੇ ਗੱਲ ਪੈ ਜਾਣਗੇ ਵੀ ਤੁਸੀਂ ਵੀ ਤਾਂ ਐਵੇਂ ਕਰਦੇ ਹੋ। ਐਂ ਕਹਿਣਾ, ਐ ਨਹੀਂ ਕਹਿਣਾ ਇਹਨਾਂ ਨੇ ਵੀ ਅਸੀਂ ਸਾਡੇ ਕਹਿੰਦਾ ਤੁਸੀਂ ਕਰਦੇ ਹੋ ਅਸੀਂ ਨਾ ਕਰੀਏ। ਆ ਜਵਾਬ ਦੇ ਦਿਓ, ਉਹ ਕਰਦੇ ਹੀ ਨੇ ਵਿਚਾਰੇ। ਉਹਨਾਂ ਵਰਗੇ ਹੀ ਹੋ ਗਏ, ਸਿੱਖੀ ਛੱਡਤੀ, ਦੁਨਿਆਵੀਆਂ ਵਰਗੇ ਹੋ ਗਏ। ਇਹਨਾਂ ਦੇ ਜਿਹੜੇ ਨੇ ਨਾ ਆ ਲੇਖਕ, ਕੁਛ ਇਹਨਾਂ ਦੇ ਵਿਦਵਾਨ, ਉਹ ਵੀ ਇਹਨਾਂ ਦੇ ਕਲਮ ਬੋਲਦੇ ਨੇ, ਉਹ ਜੀ ਦੁਨਿਆਵੀ ਆਦਮੀ ਵਾਸਤੇ ਸਿੱਖੀ ਤੇ ਭਰੋਸਾ ਕਰਨਾ ਸਿਆਸਤਦਾਨਾਂ ਤੇ ਵੀ ਸਿੱਖ ਉਹ ਤਾਂ ਮੁਸ਼ਕਲ ਗੱਲ ਹੈ। ਦੂਜੇ ਵੀ ਤਾਂ ਇਹੋ ਜਿਹੇ ਵੀ ਸਿੱਖੀ ਦੇ ਨਾਂ ਤੇ ਵੋਟਾਂ ਕਿਉਂ ਮੰਗਦੇ ਨੇ? ਉਹ ਧਰਮ ਦੇ ਨਾਂ ਤੇ ਮੰਗਦੇ ਨੇ ਵੋਟਾਂ, ਜਿਵੇਂ ਉਹ ਮੰਗਦੇ ਨੇ ਉਵੇਂ ਇਹ ਮੰਗਣ। ਵੋਟਾਂ ਲੈਣ ਨੂੰ ਸਿੱਖੀ ਦੇ ਨਾਂ ਤੇ, ਚੱਲਣ ਨੂੰ ਨਾ ਜੀ, ਚੱਲਣਾ ਤਾਂ ਔਖਾ। ਵੋਟਾਂ ਨਾ ਮੰਗੋ। ਕਾਂਗਰਸ ਵਾਲੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ, ਕਿਉਂ ਨਹੀਂ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ? ਜਿਵੇਂ ਉਹ ਮੰਗਦੇ ਨੇ ਉਵੇਂ ਤੁਸੀਂ ਮੰਗੋ। ਜੇ ਸਿੱਖੀ ਦੇ ਨਾਂ ਤੇ ਵੋਟਾਂ ਮੰਗਣੀਆਂ ਤਾਂ ਸਿੱਖੀ ਦੇ ਚੁਪਹਿਰਾ ਦਿਓ, ਨਾਂ ਦੇ ਨਾਲ ਵੋਟਾਂ ਮੰਗੋ। ਵੋਟਾਂ ਵਾਸਤੇ ਸਿੱਖੀ, ਚੱਲਣ ਵਾਸਤੇ ਨਹੀਂ, ਇਹ ਔਖਾ ਤਾਂ ਸਿੱਧੀ ਬੇਈਮਾਨੀ ਹੈ। ਤਾਂ ਸਿੱਧੀ ਬੇਈਮਾਨੀ। ਫਿਰ ਚੱਲ ਨਹੀਂ ਹੁੰਦਾ ਜਾਂ ਨਹੀਂ ਚੱਲ ਸਕਦੇ। ਇਸ ਕਰਕੇ ਪਹਿਲਾਂ ਹੀ ਕਿਹਾ ਹੋਇਆ ਕਿ ਤਪੋ ਰਾਜ ਰਾਜੋ ਨਰਕ। ਪਤਾ ਸੀ ਵੀ ਜਿਹੜੀ ਰਾਜ ਹੈ ਔਰ ਧਰਮ ਦਾ ਕੋਈ ਸੰਬੰਧ ਨਹੀਂ। ਠੀਕ ਹੈ, ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਪਰ ਇਹ ਧਰਮ ਰਾਜ ਨੇ ਤਾਂ ਕੱਢੇ ਹੋਏ ਨੇ ਇੱਥੇ। ਧਾਰਮਿਕ ਬੰਦੇ ਨੇ ਦੁਨੀਆ ਵਾਲੇ, ਜਿੰਨਾ ਝੂਠੇ ਨੇ ਗੰਦ ਆ ਉਹ ਤਾਂ ਇੱਥੇ ਹੈ। ਇੱਥੇ ਨਹੀਂ ਸੱਚ ਦਾ ਰਾਜ ਚੱਲਦਾ, ਸੱਚ ਦਾ ਰਾਜ ਸੱਚਖੰਡ ਚੱਲਦਾ। ਜੇ ਸੱਚੇ ਸੁੱਚੇ ਹੁੰਦੇ ਸੱਚਖੰਡ ਤੇ, ਇਹ ਤਾਂ ਇਹਨਾਂ ਨੂੰ ਛੱਡਿਆ ਹੈ ਸਾਰੇ ਝੂਠਿਆਂ ਨੂੰ ਵੀ ਤੁਸੀਂ ਆਪਣਾ ਫੈਸਲਾ ਆਪੇ ਕਰ ਲਓ, ਕੌਣ ਰਾਜਾ ਤੁਹਾਡੇ। ਫੌਜ ਇਕੱਠੀ ਕਰਕੇ ਕਰ ਲਓ, ਵੱਢ ਕੱਟ ਕਰਕੇ ਕਰ ਲਓ, ਪੈਸਾ ਇਕੱਠਾ ਕਰਕੇ ਕਰ ਲਓ, 420 ਨਾ ਕਰ ਲਓ, ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲਓ ਫੈਸਲਾ। ਆਪਣੇ ਫੈਸਲੇ ਆਪੇ ਕਰੀਓ। ਫਿਰ ਵੀ ਕੰਟਰੋਲ ਉਹਨਾਂ ਦਾ ਹੀ ਹੈ, ਹੁੰਦਾ ਉਹਨਾਂ ਦੀ ਮਰਜ਼ੀ ਨਾਲ ਹੈ ਸਭ ਕੁਛ। ਇਹਨਾਂ ਨੂੰ ਤਾਂ ਭੁਲੇਖਾ ਵੀ ਅਸੀਂ ਕਰਦੇ। ਇੱਥੇ ਸੱਚੇ ਸੁੱਚੇ ਆਦਮੀ ਜੇ ਸੋਚਦੇ ਨੇ ਰਾਜ ਦੀ ਗੱਲ, ਉਹ ਮੂਰਖ ਨੇ। ਉਦੋਂ ਬੜੇ ਮੂਰਖ ਨਹੀਂ ਕੋਈ। ਹਾਂ, ਸੱਚੇ ਸੁੱਚੇ ਹੋਣ ਦਾ ਬਹਾਨਾ ਢੌਂਗ ਰਚ ਕੇ ਲੋਕਾਂ ਨੂੰ ਧੋਖੇ ਦੇ ਕੇ ਰਾਜ ਤੱਕ ਪਹੁੰਚਣਾ, ਇਹ ਟੈਕਨੀਕ ਹੈ ਉਹਨਾਂ ਦੀ। ਇਹ ਟੈਕਨੀਕ ਹੋ ਸਕਦੀ ਹੈ ਵੀ ਅੰਦਰ ਉਹਦਾ ਸੱਚੇ ਸੁੱਚੇ ਨਹੀਂ ਹੈ, ਲੋਕਾਂ ਨੂੰ ਸੱਚ ਸੁੱਚ ਦਾ ਜਿਹੜਾ ਢੰਡੋਰਾ ਪਿੱਟ ਕੇ ਰਾਜ ਪ੍ਰਾਪਤ ਕਰ ਲੈਣਾ, ਫਿਰ ਉਹੀ ਕਰਨਾ ਜੋ ਹੁੰਦਾ। ਇਹ ਟੈਕਨੀਕ ਹੋ ਸਕਦੀ ਹੈ ਝੂਠਿਆਂ ਦੀ।